ਹਾਂ ਵੀ ਕਿੱਦਾਂ ਪਿਛਲੇ ਹਫ਼ਤੇ ਇੱਕ ਨਾ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਮੀਡੀਆ ਦੇ ਵਿੱਚ, ਨਿਊਜ਼ ਚੈਨਲ ਤੇ ਹਰ ਥਾਂ ਤੇ ਵਾਇਰਲ ਹੋ ਰਹੀ ਸੀ ਕਿ ਜਿਹੜੇ ਆਪਣੇ ਪੰਜਾਬ ਦੇ ਸਿਹਤ ਮੰਤਰੀ ਹੈਗੇ ਨੇ, ਉਹ ਇੱਕ ਬਾਬਾ ਫਰੀਦ ਯੂਨੀਵਰਸਿਟੀ ਹੈਗੀ ਹੈ ਹੈਲਥ ਸਾਇੰਸਿਸ ਦੀ, ਉੱਥੇ ਗਏ ਐਂਡ ਉੱਥੇ ਉਹਨਾਂ ਨੇ ਵਿਜ਼ਿਟ ਕੀਤਾ। ਬਿਲਕੁਲ ਵਧੀਆ ਗੱਲ ਆ, ਸ਼ੁਕਰ ਆ ਸਾਡੇ ਜਿਹੜੇ ਮੰਤਰੀ ਆ ਪਹਿਲੀ ਗੱਲ ਤੇ ਜਾ ਰਹੇ ਨੇ ਤੇ ਵਿਜ਼ਿਟ ਕਰ ਰਹੇ ਨੇ ਤੇ ਇਨਸਪੈਕਸ਼ਨ ਕਰਕੇ ਦੇਖ ਰਹੇ ਨੇ ਕਿ ਸਿਸਟਮ ਕਿਹੋ ਜਿਹਾ ਚੱਲ ਰਿਹਾ ਸਾਡਾ। ਉਹਨਾਂ ਨੇ ਵਿਜ਼ਿਟ ਕੀਤਾ ਤੇ ਉਹੀ ਚੀਜ਼ ਕੰਟਰੋਵਰਸ਼ੀਅਲ ਹੋ ਗਈ। ਇੱਕ ਵੀਡੀਓ ਕਲਿੱਪ ਬੜੀ ਹੀ ਵਾਇਰਲ ਹੋਈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਜਿਹੜੇ ਮੰਤਰੀ ਜੀ ਹੈਗੇ ਆ, ਜੋ ਮਰੀਜ਼ਾਂ ਵਾਸਤੇ ਇੱਕ ਗੱਦਾ ਸੀ, ਉਸ ਦੇ ਉੱਤੇ ਇੱਕ ਵੀਸੀ ਨੂੰ, ਉਸ ਯੂਨੀਵਰਸਿਟੀ ਦੇ ਵੀਸੀ ਨੂੰ, ਰਾਜ ਬਹਾਦਰ ਜੀ ਨੂੰ, ਉਹਨਾਂ ਨੂੰ ਫੋਰਸ ਕਰ ਰਹੇ ਨੇ ਕਿ ਤੁਸੀਂ ਇਸ ਦੇ ਉੱਤੇ ਲੇਟ ਕੇ ਦਿਖਾਓ। ਸੋ ਆਪਾਂ ਦੇਖ ਵੀ ਸਕਦੇ ਹਾਂ ਕਿ IMA ਹੋ ਗਿਆ ਚਾਹੇ PCMS ਹੋ ਗਿਆ, ਸਾਰਿਆਂ ਨੇ ਕੰਡੈਮ ਕੀਤਾ ਕਿ ਮੰਤਰੀ ਜੀ ਦਾ ਜੋ ਵੀ ਐਕਸ਼ਨ ਬਿਹੇਵੀਅਰ ਆ ਟੂਵਰਡਸ PC। ਸੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਇਸੇ ਐਥੀਕਲ ਡਾਇਲੇਮਾ ਨੂੰ ਡਿਸਕਸ ਕਰਾਂਗੇ ਕਿ ਕੌਣ ਸਹੀ ਹੈ, ਮੰਤਰੀ ਸਾਹਿਬ ਸਹੀ ਨੇ ਕਿ ਡਾਕਟਰ ਸਾਹਿਬ ਸਹੀ ਨੇ, ਜਾਂ ਫਿਰ ਕੋਈ ਇੱਕ ਮਿਡਲ ਪਾਥ ਹੋ ਸਕਦਾ ਸੀ। ਸੋ ਅੱਜ ਆਪਾਂ ਇਹ ਚੀਜ਼ਾਂ ਦੀ ਗੱਲ ਕਰਾਂਗੇ। ਅੱਜ ਦੇ ਇਸ ਪੋਡਕਾਸਟ ਦੇ ਵਿੱਚ ਸਾਡੇ ਨਾਲ ਜੁੜੇ ਨੇ ਮਨਵੀਰ ਜੀ, ਐਂਡ ਮੈਂ ਦੱਸਣਾ ਚਾਹੂੰਗਾ ਕਿ ਮਨਵੀਰ ਜੀ ਖੁਦ ਮੈਡੀਕਲ ਫੀਲਡ ਤੋਂ ਬਿਲੋਂਗ ਕਰਦੇ ਨੇ। ਪਹਿਲਾਂ ਵੈਲਕਮ ਕਰਦੇ ਮਨਵੀਰ ਜੀ ਦਾ। ਸਤਿ ਸ਼੍ਰੀ ਅਕਾਲ ਮਨਵੀਰ ਜੀ। Thank you for having me, Vikram. ਜੀ ਮਨਵੀਰ ਜੀ, ਤੁਸੀਂ ਆਈ ਥਿੰਕ ਉਹ ਵੀਡੀਓ ਤੇ ਜ਼ਰੂਰ ਦੇਖ ਲਈ ਹੋਏਗੀ ਹੁਣ ਤੱਕ ਜਿਹੜੀ ਆਪਣੇ ਹੋਈ ਆ, ਘਟਨਾ ਘਟੀ ਆ। ਸੋ ਤੁਹਾਡਾ ਪਹਿਲਾ ਰਿਐਕਸ਼ਨ ਕੀ ਹੋਇਆ ਪਹਿਲਾਂ ਉਹ ਵੀਡੀਓ ਦੇ ਵੇਖ ਕੇ, ਕਿਉਂਕਿ ਤੁਸੀਂ ਖੁਦ ਮੈਡੀਕਲ ਫੀਲਡ ਤੋਂ ਹੀ ਬਿਲੋਂਗ ਕਰਦੇ ਹੋ। ਸੋ ਤੁਹਾਡਾ ਪਹਿਲਾ ਰਿਐਕਸ਼ਨ ਕੀ ਸੀ ਉਸ ਵੀਡੀਓ ਨੂੰ ਦੇਖ ਕੇ? It was embarrassing. It was embarrassing ਕਿ ਸਾਡੇ ਮਿਨਿਸਟਰ ਜਿਨ੍ਹਾਂ ਦੀ ਅਸੀਂ ਇੰਨੀ ਰਿਸਪੈਕਟ ਕਰਦੇ ਹਾਂ ਐਂਡ ਉਹਨਾਂ ਨੇ ਇੱਕ ਮੈਡੀਕਲ ਸਟਾਫ ਦਾ ਮੈਂਬਰ, ਨਾਟ ਓਨਲੀ ਦਾ ਮੈਂਬਰ, ਉਹਨਾਂ ਦੀ ਪਦਵੀ ਨੂੰ ਅਗਰ ਆਪਾਂ ਦੇਖੀਏ VC ਸਰ ਨੂੰ, ਕਿਉਂਕਿ ਮੈਡੀਕਲ ਸਟੂਡੈਂਟਸ ਦੇ ਨਾਲ ਉਹਨਾਂ ਦਾ ਲੈਣ ਦੇਣ ਜ਼ਿਆਦਾ ਹੈ। ਸੋ ਇਟ ਵਾਜ਼ embarrassing ਕਿ ਅਗਰ ਇੱਕ VC ਦੇ ਨਾਲ ਏਦਾਂ ਹੋ ਸਕਦਾ ਤੇ ਜਿਹੜੇ ਆਮ ਮਾੜੇ ਮੋਟੇ ਜਿਹੜੇ ਵਰਕਰਸ ਹੁੰਦੇ ਆ, ਸਟਾਫ ਹੁੰਦਾ ਆ, ਉਹਦੀ ਤਾਂ ਕੀ ਇੱਜ਼ਤ ਇਸ ਸਿਸਟਮ ਦੇ ਵਿੱਚ ਹੋਏਗੀ। ਸੋ ਇਟ ਵਾਜ਼ embarrassing to see that। ਇੱਥੇ ਨਾ ਜਦੋਂ ਦਾ ਇਹ ਜਿਹੜੀ ਵੀਡੀਓ ਜਿਹੜੀ ਵਾਇਰਲ ਹੋਈ ਹੈ, ਸਾਰੇ ਨਿਊਜ਼ ਚੈਨਲਸ ਨੇ ਚਲਾਈ ਆ, ਹਰ ਸੋਸ਼ਲ ਮੀਡੀਆ ਤੇ ਚੱਲ ਰਹੀ ਆ, ਤੇ ਸਾਰੇ ਜਣੇ ਨਾ ਫਿਰ ਉਹੀ ਦੋ ਧੜਿਆਂ ਦੇ ਵਿੱਚ ਵੰਡੇ ਗਏ ਆ। ਇੱਕ ਤੇ ਸਿੱਧਾ ਸਪੋਰਟ ਦੇ ਵਿੱਚ ਆ ਕੇ ਮੰਤਰੀ ਜੀ ਦੀ, ਕਿ ਮੰਤਰੀ ਜੀ ਦਾ ਕੰਮ ਸੀ ਬਹੁਤ ਵਧੀਆ ਉਹਨਾਂ ਨੇ ਕੀਤਾ। ਇੱਕ ਉਹਨਾਂ ਨੇ ਜੋ ਸਿਸਟਮ ਨੂੰ ਦਿਖਾਇਆ ਕਿ ਸਿਸਟਮ ਵਿੱਚ ਕਿਹੜੀਆਂ ਪ੍ਰੋਬਲਮਸ ਨੇ, ਠੀਕ ਆ। ਤੇ ਦੂਸਰੀ ਸਾਈਡ ਡਾਕਟਰ ਦੇ ਜਿਹੜੇ ਹੈਗੇ ਨੇ ਉਹ ਵੀ ਪੱਖ ਦੇ ਵਿੱਚ ਆ ਜਾਂਦੇ ਨੇ ਕਿ ਤੁਸੀਂ ਇੱਕ ਇਹੋ ਜਿਹੀ ਡੈਜ਼ਿਗਨੇਸ਼ਨ ਤੇ ਜਿਹੜਾ ਆਦਮੀ ਹੈਗਾ ਹੈ ਉਸਨੂੰ ਕਿੱਦਾਂ ਏਦਾਂ ਹਿਊਮਿਲੇਟ ਕਰ ਸਕਦੇ ਹੋ। ਸੋ ਤੁਸੀਂ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ ਸਾਰੇ ਨੂੰ? ਇਹਦੇ ਵਿੱਚ ਵਿਕਰਮ ਬਹੁਤ ਹਾਰਡ ਟੂ ਫਾਈਂਡ ਆਊਟ ਆ ਕਿ ਕਿਹਦੀ ਗਲਤੀ। ਨਾ ਤਾਂ ਆਪਾਂ ਮਿਨਿਸਟਰ ਨੂੰ ਗਲਤ ਕਹਿ ਸਕਦੇ ਹਾਂ, ਨਾ ਹੀ ਆਪਾਂ VC ਨੂੰ ਕਹਿ ਸਕਦੇ। ਇਹਦੇ ਵਿੱਚ ਭਗਵੰਤ ਮਾਨ ਜੀ, ਚੀਫ ਮਿਨਿਸਟਰ ਪੰਜਾਬ ਨੇ ਵੀ ਕੱਲ ਇਹੀ ਗੱਲ ਕਹੀ ਜਦੋਂ ਉਹਨਾਂ ਨੇ ਇੱਕ ਮੈਡੀਕਲ ਕਾਲਜ ਦਾ ਉਦਘਾਟਨ ਕੀਤਾ। ਉਹ ਕਹਿੰਦੇ ਮੈਂ ਆਪਣੇ ਮਿਨਿਸਟਰਸ ਨੂੰ ਕਹਿਣਾ, MLAs ਨੂੰ ਕਹਿਣਾ ਕਿ ਇਹ ਸਿਸਟਮ ਦੀ ਗਲਤੀ ਹੈ। ਸੋ ਇਹ ਆਪਾਂ ਹੁਣ ਉਹੀ ਗੱਲ ਹੈ ਨਾ, ਬਹੁਤ ਕਲੀਸ਼ੇ ਜਿਹੜਾ ਵੀ ਆਪਾਂ ਸਿਸਟਮ ਦੇ ਉੱਤੇ ਪਾ ਦਿੰਦੇ ਹਾਂ। ਪਰ ਇਹ ਗੱਲ ਚ ਮਿਨਿਸਟਰ ਆਪਾਂ ਨੂੰ, ਮੈਂ ਕਹੂੰਗੀ ਨਿੱਜੀ ਤੌਰ ਤੇ, ਕਿ ਮੈਨੂੰ ਪੰਜਾਬ ਦੇ ਮਿਨਿਸਟਰ ਚੇਤਨ ਸਿੰਘ ਜੌੜਾ ਮਾਜਰਾ ਦਾ ਇਹ ਐਕਸ਼ਨ ਗਲਤ ਲੱਗਿਆ। ਕਿਉਂਕਿ ਚੇਤਨ ਸਿੰਘ ਜੌੜਾ ਮਾਜਰਾ ਜਿਹੜੀ ਸਰਕਾਰ ਉਹਨਾਂ ਦੀ ਬਣ ਕੇ ਆਈ ਹੈ ਨਾ, ਉਹਨਾਂ ਨੂੰ ਇਸੇ ਕਰਕੇ ਬਣਾਇਆ ਗਿਆ ਕਿਉਂਕਿ ਸਿਸਟਮ ਨੂੰ ਬਦਲਣਾ ਚਾਹੁੰਦੇ ਆ। ਇਸ ਕਰਕੇ ਬਦਲਾਵ ਦੀ ਸਰਕਾਰ ਲਿਆਂਦੀ ਆ ਪੰਜਾਬ ਦੇ ਲੋਕਾਂ ਨੇ, ਔਰ ਭਗਵੰਤ ਮਾਨ ਜੀ ਵੀ ਆ ਕੇ ਉਹੀ ਸਿਸਟਮ ਨੂੰ ਬਲੇਮ ਕਰੀ ਜਾ ਰਹੇ ਨੇ। ਐਕਚੁਅਲੀ ਜੌੜਾ ਮਾਜਰਾ ਦਾ ਹੈਲਥ ਮਿਨਿਸਟਰ ਪੰਜਾਬ ਦਾ ਜਿਹੜਾ ਐਟੀਟਿਊਡ ਸੀਗਾ ਟੁਵਾਰਡਸ VC, ਉਹ ਇੱਕ ਏਦਾਂ ਲੱਗਦਾ ਸੀ ਕਿਤੇ ਨਾ ਕਿਤੇ ਪਰਸਨਲ ਗ੍ਰਜਸ ਦੀ, ਇੱਕ ਕਿਤੇ ਨਾ ਕਿਤੇ ਕੋਈ ਨਿੱਜੀ ਪ੍ਰੋਬਲਮ ਉਹਨਾਂ ਦੀ VC ਦੇ ਨਾਲ ਸੀ। ਅਦਰਵਾਈਜ਼ ਚੇਤਨ ਸਿੰਘ ਜੌੜਾ ਮਾਜਰਾ ਖੁਦ ਜਾਣਦੇ ਨੇ ਕਿ ਗੱਦੇ ਚੇਂਜ ਕਰਨੇ। ਦੇਖੋ ਵਿਕਰਮ, ਹਸਪੀਟਲ ਦੇ ਵਿੱਚ ਹਰ ਇੱਕ ਦੀਆਂ ਆਪਣੀਆਂ ਜੌਬ ਰਿਸਪੌਂਸਿਬਿਲਿਟੀਜ਼ ਹੁੰਦੀਆਂ ਨੇ। ਆਪਾਂ ਸਟਾਫ ਮੈਂਬਰਸ ਹੁੰਦੇ ਆ, ਨਰਸਿੰਗ ਸਟਾਫ ਹੁੰਦਾ ਆ, ਵਾਰਡ ਮੈਂਬਰਸ ਹੁੰਦੇ ਆ, ਵਾਰਡ ਬॉयਜ਼ ਹੁੰਦੇ ਆ, ਜਿਹੜਾ ਜੇ ਹੋਰ ਵੀ ਸਫਾਈ ਵਾਲੇ ਕਰਮਚਾਰੀ ਹੁੰਦੇ ਨੇ, ਡਾਕਟਰਸ ਦੀ ਆਪਣੀ ਜ਼ਿੰਮੇਵਾਰੀਆਂ ਨੇ, ਸਭ ਦੀਆਂ ਆਪਣੀਆਂ ਨੇ। ਸਟੋਰ ਕੀਪਰ ਹੁੰਦੇ ਨੇ ਜਿਹੜੇ ਬਕਾਇਦਾ ਚੈੱਕ ਕਰਦੇ ਨੇ, ਔਰ ਬਾਅਦ ਵਿੱਚ ਸਾਹਮਣੇ ਵੀ ਆਇਆ ਕਿ ਸਟੋਰ ਕੀਪਰਸ ਵੱਲੋਂ ਔਰ ਸਟਾਫ ਵੱਲੋਂ ਲੈਟਰ ਲਿਖੇ ਹੋਏ ਸੀਗੇ ਸਰਕਾਰ ਨੂੰ ਕਿ ਸਾਨੂੰ ਗੱਦਿਆਂ ਦੀ ਲੋੜ ਹੈ, ਸਾਨੂੰ ਗੱਦੇ ਦਿੱਤੇ ਜਾਣ। ਪਰ ਸਾਡੀ ਜਿਹੜੀ ਗਵਰਨਿੰਗ ਬੋਡੀ ਸੀਗੀਆਂ ਪਹਿਲਾਂ, ਜਿਹੜੀ ਆਪਣੀ ਪਾਰਟੀ ਸੀ, ਉਹਨਾਂ ਵੱਲੋਂ ਗੱਦੇ ਨਹੀਂ ਮੁਹੱਈਆ ਕਰਾਏ ਗਏ, ਚਾਦਰਾਂ ਨਹੀਂ ਅਵੇਲੇਬਲ ਹੁੰਦੀਆਂ, ਸਰਿੰਜਾਂ ਘੱਟ ਪੈ ਜਾਂਦੀਆਂ ਨੇ, ਹਸਪੀਟਲ 'ਚ ਮੈਡੀਸਿਨਸ ਨਹੀਂ ਹੁੰਦੀਆਂ, ਹੋਰ ਬਹੁਤ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਸਟਾਫ ਦੇ ਹਾਈਜੀਨ ਦੇ ਲਈ, ਉਹ ਨਹੀਂ ਹੁੰਦੀਆਂ। ਔਰ ਅਗਰ ਅਵੇਲੇਬਲ ਕਰਾਈਆਂ ਵੀ ਜਾਂਦੀਆਂ ਤਾਂ ਵੀ ਬਹੁਤ ਲੋ ਕੁਆਲਿਟੀ ਦੇ ਵਿੱਚ, ਕਪਲੇਬਾਜ਼ੀਆਂ ਹੋ ਜਾਂਦੀਆਂ ਨੇ। ਸੋ ਇਹਦੇ ਵਿੱਚ VC ਦਾ ਕਸੂਰ ਨਹੀਂ ਸੀਗਾ, ਉਹਨਾਂ ਵੱਲੋਂ ਲੈਟਰ ਲਿਖਿਆ ਹੋਇਆ ਸੀ ਕਿ ਸਾਨੂੰ ਮੁਹੱਈਆ ਕਰਾਏ ਜਾਣ। ਇਹੀ ਚੀਜ਼ ਨੂੰ ਮੈਂ ਥੋੜਾ ਜਦੋਂ ਇਸ ਚੀਜ਼ ਬਾਰੇ, ਕਾਲਜ ਬਾਰੇ, ਯੂਨੀਵਰਸਿਟੀ ਬਾਰੇ ਪੜ੍ਹ ਰਿਹਾ ਸੀ ਬਾਬਾ ਫਰੀਦ ਦਾ, ਤੇ 2014 ਦੇ ਵਿੱਚ ਵੀ ਸੇਮ ਕੇਸ ਆਇਆ ਸੀ ਕਿ ਜਦੋਂ ਇਹੀ ਯੂਨੀਵਰਸਿਟੀ ਜਿਹੜੀ ਆ ਬਹੁਤ ਲਾਈਮਲਾਈਟ ਦੇ ਵਿੱਚ ਰਹੀ ਸੀ ਮੀਡੀਆ ਦੇ ਵਿੱਚ,
ਉਹਦੇ ਫੰਡਸ ਦੇ ਰਿਗਾਰਡਿੰਗ ਬਹੁਤ ਪ੍ਰੋਬਲਮ ਸੀ। ਜਿਹੜੇ EMPLOYEES ਹੈਗੇ ਸੀ ਉਹ ਵੀ ਕਾਫੀ ਪ੍ਰੋਟੈਸਟ ਕਰ ਰਹੇ ਸੀ, ਐਂਡ ਸੇਮ ਜਿਹੜੀ ਖਸਤਾ ਹਾਲਤ ਸੀ ਯੂਨੀਵਰਸਿਟੀ ਦੀ, ਉਸ ਦੇ ਬਾਰੇ ਵੀ ਕਾਫੀ ਚੀਜ਼ ਚੱਲ ਰਹੀ ਸੀ। ਤੇ ਰੀਸੈਂਟਲੀ ਮੈਂ ਦੇਖ ਰਿਹਾ ਸੀ ਨਿਊਜ਼ ਦੇ ਵਿੱਚ, ਤੇ ਸਰਕਾਰ ਜਿਹੜੀ ਭਗਵੰਤ ਮਾਨ ਸਰਕਾਰ ਆ, ਉਹਨਾਂ ਨੇ 46 ਕਰੋੜ ਦਾ ਕੁਝ ਬਜਟ ਵੀ ਐਲੋਕੇਟ ਕੀਤਾ ਸੀ। ਸੋ ਆਈ ਥਿੰਕ 2.5 ਕਰੋੜ ਹੀ ਹਜੇ ਤੱਕ ਐਲੋਕੇਸ਼ਨ ਦੇ ਵਿੱਚ ਜਿਹੜਾ ਉਹਨਾਂ ਨੂੰ ਮਿਲ ਪਾਇਆ ਵਾ। ਸੋ ਮੈਂ ਇੱਥੇ ਕਿਤੇ ਨਾ ਕਿਤੇ ਦੇਖਦਾ, ਜਿੱਦਾਂ ਕਿ ਆਪਾਂ ਗੱਲ ਕਰੀਏ, ਜਿੱਦਾਂ ਆਪਾਂ ਸਪੋਜ਼ ਹਲੇ ਫਿਲਹਾਲ ਅਗਰ ਗੱਲ ਕਰਾਂ ਕਿ ਮੈਂ ਮੰਤਰੀ ਜੀ ਦੀ, ਤੇ ਆਈ ਥਿੰਕ ਜਿੱਦਾਂ ਲੋਕ ਕਹਿੰਦੇ ਆ ਕਿ ਮੰਤਰੀ ਜੀ ਬਿਲਕੁਲ ਠੀਕ ਹੈ, ਉਹਨਾਂ ਨੇ ਇਨਸਪੈਕਸ਼ਨ ਕਰਨਾ ਉਹਨਾਂ ਦੀ ਡਿਊਟੀ ਵੀ ਆ, ਠੀਕ ਹੈ, ਕਿ ਐਜ਼ ਅ ਪਬਲਿਕ ਵੌਇਸ ਹੈਗੇ ਨੇ, ਉਹ ਪਬਲਿਕ ਦੇ ਮਤਲਬ ਇੱਕ ਚੁਣਿੰਦਾ ਹੋਏ ਮਤਲਬ ਮੈਂਬਰ ਨੇ। ਸੋ ਜਦੋਂ ਚੈੱਕ ਕਰਦੇ ਆ ਠੀਕ ਆ, ਬਟ ਆਈ ਥਿੰਕ ਕਿ ਜਿਹੜੀ ਪ੍ਰੋਬਲਮ ਆ ਜਾਂਦੀ ਆ ਕਿ ਇੱਕ ਤੇ ਤੁਸੀਂ ਆਪਣੀ ਡਿਊਟੀ ਕਰ ਰਹੇ ਹੋ, ਡਿਊਟੀ ਕਰਨਾ ਇਜ਼ ਗੁੱਡ, ਹੈ ਨਾ, ਤੁਸੀਂ ਕਰਨੀ ਹੈ, ਤੁਹਾਨੂੰ ਜ਼ਰੂਰੀ ਆ। ਦੂਸਰੀ ਗੱਲ ਆ ਜਾਂਦੀ ਹੈ ਇੱਥੇ ਕਿ ਤੁਸੀਂ ਮੀਡੀਆ ਨਾਲ ਲੈ ਕੇ ਜਾਂਦੇ ਹੋ ਉਸਨੂੰ। ਅਗਰ ਸਪੋਜ਼ ਤੁਸੀਂ ਡਾਕਟਰ ਨੂੰ ਇੱਕ ਦੱਸਣਾ ਵਾ, ਉਸਨੂੰ ਇੱਕ ਵੇ ਹੁੰਦਾ ਵਾ, ਇੱਕ VC ਆ, ਮਤਲਬ ਇੱਕ ਛੋਟਾ ਮੋਟਾ ਡਾਕਟਰ ਵੀ ਨਹੀਂ ਹੈ। ਲੈਟਸ ਸਪੋਜ਼ ਪਹਿਲੀ ਗੱਲ ਤਾਂ ਛੋਟੇ ਮੋਟੇ ਡਾਕਟਰਾਂ ਵਿੱਚ ਇਦਾਂ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਇੱਕ VC ਹੈਗਾ ਕਿਸੇ ਯੂਨੀਵਰਸਿਟੀ ਦਾ, ਸੋ ਉਹਨੂੰ ਤੁਸੀਂ ਮੀਡੀਆ ਦੇ ਸਾਹਮਣੇ ਹਿਊਮਿਲੇਟ ਕਰ ਰਹੇ ਜੇ। ਆਈ ਥਿੰਕ ਜਦੋਂ ਮੈਂ ਵੀਡੀਓ ਦੇਖੀ ਨਾ, ਮੈਨੂੰ ਲੱਗਾ ਕਿ ਸ਼ਾਇਦ ਉਹ ਇਦਾਂ ਦਾ ਐਕਸ਼ਨ ਨਹੀਂ ਕਰਨਗੇ, ਬਟ ਲਾਗੇ ਦੇ ਜਿਹੜੇ ਲੋਕ ਹੈਗੇ ਸੀ ਉਹਨਾਂ ਨੂੰ ਚੇਅਰ ਅਪ ਕਰ ਰਹੇ ਸੀ। ਆਈ ਥਿੰਕ ਉੱਥੇ ਨਾ ਕਿਤੇ ਆਈ ਥਿੰਕ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਆ ਪ੍ਰੋਬਲਮ ਆ ਗਈ ਆ ਕਿ ਉਹਨਾਂ ਨੇ ਨਾ ਡਾਇਰੈਕਟ ਨਹੀਂ ਕੀਤਾ ਜਿਹੜੇ ਆਪਣੇ ਮੰਤਰੀ ਸਾਹਿਬ ਨੂੰ ਕਿ ਤੁਸੀਂ ਕੋਡ ਆਫ ਕੰਡਕਟ ਤੋਂ ਲੱਗ ਜਾ ਰਹੇ ਜੇ, ਤੁਹਾਨੂੰ ਵਿਦਨ ਕੋਡ ਆਫ ਕੰਡਕਟ ਹੀ ਉਸ ਤਰੀਕੇ ਦੇ ਨਾਲ ਉਹਨੂੰ ਪ੍ਰੋਸੀਡ ਕਰਨਾ ਚਾਹੀਦਾ ਸੀ। ਐਂਡ ਉਹ ਜਿਹੜੇ ਨਾ ਬਹਿ ਗਏ ਮੇਰੇ ਹਿਸਾਬ ਨਾਲ ਜਿਹੜੇ ਜਜ਼ਬਾਤਾਂ ਦੇ ਵਿੱਚ, ਤੇ ਉਹਨਾਂ ਨੇ ਜੋ ਆਈ ਥਿੰਕ ਐਕਸ਼ਨ ਕਰਤਾ ਉਹ ਜਸਟੀਫਾਈ ਨਹੀਂ ਆ। ਸੋ ਮੈਨੂੰ ਇਹੀ ਕਿਤੇ ਨਾ ਕਿਤੇ ਪ੍ਰੋਬਲਮ ਲੱਗਦੀ ਹੈ ਕਿ ਅੱਜ ਆਈ ਥਿੰਕ ਨਾ ਇਹ ਜਿਹੜੀ ਚੀਜ਼ ਆ ਆਪਾਂ ਦਿੱਲੀ ਤੋਂ ਵੀ ਦੇਖੀ ਆ। ਪਿਛਲੀ ਵਾਰ ਜਦੋਂ ਦਿੱਲੀ ਦੇ ਵਿੱਚ ਸਰਕਾਰ ਸੀ, ਉਦੋਂ ਵੀ ਇਦਾਂ ਕਾਫੀ ਰੇਡਸ ਹੁੰਦੀਆਂ ਸੀ, ਜਦੋਂ ਸਕੂਲ ਦੇ ਵਿੱਚ ਇਨਸਪੈਕਸ਼ਨਸ ਦੀਆਂ ਹੁੰਦੀਆਂ ਸੀ, ਮਨੀਸ਼ ਸਿਸੋਦੀਆ ਕਰਦੇ ਸੀ, ਤੇ ਲੋਕ ਕਾਫੀ ਇੰਜੋਏ ਕਰਦੇ ਸੀ। ਇੱਕ ਨਾ ਆਈ ਥਿੰਕ ਇਹਦੇ ਨਾਲ ਕੀ ਆ, ਪਪੂਲਰਿਸਟਿਕ ਜਿਹੜਾ ਨਾ ਵਿਊ ਮਿਲਦਾ ਵਾ। ਇੱਕ ਮੰਤਰੀ ਜਿਹੜਾ ਹੋਏਗਾ, ਇੱਕ ਪਾਰਟੀ ਆ, ਇਹ ਬੜੀ ਪਪੂਲਰ ਹੋ ਜਾਂਦੀ ਆ ਕੁਝ ਟਾਈਮ ਲਈ ਕਿ ਹਾਂ ਇਹ ਬੜਾ ਐਕਸ਼ਨ ਕਰ ਰਿਹਾ। ਆਈ ਥਿੰਕ ਇੱਕ ਨਾ ਕੋਈ ਮੈਨੂੰ ਯਾਦ ਹੈ ਕਿ ਨਾ ਕੋਈ MLA ਸੀ ਲੁਧਿਆਣੇ ਦੇ ਸਾਈਡ ਦੇ ਵਿੱਚ ਹੀ, ਮੈਨੂੰ ਨਾਮ ਨਹੀਂ ਯਾਦ ਉਹਨਾਂ ਦਾ, ਤੇ ਉਹ ਵੀ ਇਦਾਂ ਹੀ ਬਹੁਤ ਰੇਡ ਮਾਰਦੇ ਸੀ, ਕਦੀ ਕਿਤੇ ਮਾਰਦੇ ਸੀ। ਚਲੋ ਲੋਕਾਂ ਦੇ ਵਾਸਤੇ ਮਾਰ ਰਹੇ ਸੀ, ਬਹੁਤ ਵਧੀਆ ਗੱਲ ਆ, ਬਟ ਤੁਸੀਂ ਇਸੇ ਰੇਡ ਦੇ ਬਹਾਨੇ ਦੂਸਰੇ ਲੋਕਾਂ ਨੂੰ ਬਦਨਾਮ ਨਹੀਂ ਕਰ ਸਕਦੇ। ਇਹ ਮੇਰਾ ਪਰਸਨਲ ਮੰਨਣਾ ਹੈ। ਵਿਕਰਮ, ਆਪਣੇ ਪੰਜਾਬ ਦੇ ਵਿੱਚ ਨਾ ਇਹ ਫਲਾਈਂਗ ਸਕੁਐਡ ਔਰ ਇਹ ਰੇਡ ਮਾਰਨ ਵਾਲਾ ਕਨਸੈਪਟ ਜਿਹੜਾ ਪ੍ਰਤਾਪ ਸਿੰਘ ਕੈਰੋਂ ਦੇ ਵੇਲੇ ਤੋਂ ਸਟਾਰਟ ਹੋਇਆ ਸੀ, ਜਿੰਨਾ ਕਿ ਮੈਂ ਪੜ੍ਹਿਆ ਹੈ, ਔਰ ਉਸ ਸਮੇਂ ਦੀ ਜ਼ਰੂਰਤ ਸੀ ਵਿਕਰਮ ਇਹ। ਔਰ ਲੇਕਿਨ ਹੁਣ ਜੇਕਰ ਆਪਾਂ ਦੇਖੀਏ ਤਾਂ ਮਿਸਯੂਜ਼ ਕਰਦੇ ਆ ਇਹ ਫਲਾਈਂਗ ਸਕੁਐਡ ਔਰ ਰੇਡ ਮਾਰਨਾ। ਪਹਿਲੀ ਗੱਲ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਮਿਨਿਸਟਰ ਅਗਰ ਰੇਡ ਕਰੇਗਾ ਤਾਂ ਉਹਦੇ ਨਾਲ ਕੋਈ ਬਦਲਾਵ ਆਏਗਾ, ਕੋਈ ਬਦਲਾਵ ਨਹੀਂ ਆਏਗਾ। ਥੋੜੀ ਦੇਰ ਦੇ ਲਈ ਉਹੀ ਗੱਦਿਆਂ ਤੇ ਚਿੱਟੀਆਂ ਚਾਦਰਾਂ ਵਿਛਾ ਕੇ ਏਦਾਂ ਹੀ ਚੱਲਦਾ ਆ ਰਿਹਾ। ਹੁਣ ਤੁਸੀਂ ਦੇਖੋ ਵੀ ਚੇਤਨ ਸਿੰਘ ਜੌੜਾ ਮਾਜਰਾ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਸੀ, ਉਹ ਸੀਗਾ ਕਿ ਉਹਨਾਂ ਨੂੰ ਕਾਲਜਸ, ਸਕੂਲ, ਇੱਕ ਦਫ਼ਤਰ ਦੇ ਵਿੱਚ ਪਹਿਲਾਂ ਤਾਂ ਜਾ ਕੇ ਬਹਿਣਾ ਚਾਹੀਦਾ ਸੀ, ਔਰ ਉਸ ਦਫ਼ਤਰ ਦੇ ਵਿੱਚ ਫਾਈਲਾਂ ਮੰਗਵਾਉਣੀਆਂ ਚਾਹੀਦੀਆਂ ਸੀ ਕਿ ਜਿਹੜੇ ਮੈਡੀਕਲ ਕਾਲਜਸ ਆ, ਮੈਡੀਕਲ ਹਸਪੀਟਲਸ ਆ, ਉਹਨਾਂ ਦੀਆਂ ਫਾਈਲਾਂ ਦਿਖਾਓ, ਸਾਡੇ ਕੋਲ ਕਿਹੜੀ ਚੀਜ਼ ਦੀ ਕਮੀ ਹੈ, ਤੁਸੀਂ ਕਿੱਥੇ ਕੋਈ ਭ੍ਰਸ਼ਟਾਚਾਰ ਹੈਗਾ ਤਾਂ ਉਹ ਲੱਭਣ ਦੀ ਕੋਸ਼ਿਸ਼ ਕਰਨ। ਇਹ ਸਿਰਫ ਤੁਹਾਡੀ ਗੱਲ ਬਿਲਕੁਲ ਸਹੀ ਹੈ ਵਿਕਰਮ, ਇਹ ਸਿਰਫ ਪੋਪੂਲਿਸਟ ਇਹਨਾਂ ਨੂੰ ਲੱਗਦੀ ਹੈ ਇੱਕ ਚੀਜ਼ ਜਿਹੜੀ ਇਹਨਾਂ ਨੂੰ ਪੋਪੂਲੈਰਿਟੀ ਦਿੰਦੀ ਹੈ। ਲੋਕਾਂ ਤੱਕ ਚੇਤਨ ਸਿੰਘ ਜੌੜਾ ਮਾਜਰਾ ਦਾ ਨਾਮ ਪਹੁੰਚਿਆ, ਅਦਰਵਾਈਜ਼ ਨੋਬਡੀ ਨੋਜ਼ ਕਿ ਪੰਜਾਬ ਦਾ ਹੈਲਥ ਮਿਨਿਸਟਰ ਕੌਣ ਹੈ। ਸੋ ਦਿਸ ਇਜ਼ ਜਸਟ देयर ਵੇ ਕਿ ਅਸੀਂ ਪੋਪੂਲੈਰਿਟੀ ਲਈਏ। ਔਰ ਯੂ ਨੋ ਵਟ, ਚੇਤਨ ਸਿੰਘ ਜੌੜਾ ਮਾਜਰਾ ਹੈਲਥ ਮਿਨਿਸਟਰ ਪੰਜਾਬ ਦੇ ਨਾਲ ਜਿਹੜੇ ਲੋਕ ਸੀਗੇ, ਜਿਹੜੇ ਬਾਕੀ ਕਨਸਟੀਚੁਐਂਸੀਜ਼ ਦੇ MLA ਸੀ, ਉਹਨਾਂ ਦੇ ਐਟੀਟਿਊਡ ਨੂੰ ਵੀ ਮੈਂ ਕਹਿੰਦੀ ਕਿ ਵੀਡੀਓ ਨੂੰ ਪੰਜਾਬ ਦੇ ਲੋਕਾਂ ਨੂੰ ਸਲੋ ਮੋਸ਼ਨ 'ਚ ਕਰਕੇ ਦੇਖਣਾ ਚਾਹੀਦਾ ਕਿ ਉਹਨਾਂ ਦਾ ਐਟੀਟਿਊਡ ਸੀ ਜਿਹਨੇ ਚੇਤਨ ਸਿੰਘ ਜੌੜਾ ਮਾਜਰਾ ਦੀ ਕਲਾਸ ਲਗਾਈ ਆ CM ਭਗਵੰਤ ਮਾਨ ਤੋਂ। ਜਿੱਦਾਂ ਤੁਸੀਂ ਹੁਣੇ ਗੱਲ ਕਰੀ ਨਾ ਕਿ ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਸੀ, ਇਨਸਪੈਕਸ਼ਨ ਕਰਨੀ ਚਾਹੀਦੀ ਸੀ, ਉਹਨਾਂ ਦੇ ਡਾਕੂਮੈਂਟ ਚੈੱਕ ਕਰਨੇ ਸੀ, ਜਿਹਦੇ ਕਿ ਹਸਪੀਟਲ ਦੇ ਵਿੱਚ ਕਿਹੜੀ ਚੀਜ਼ ਦੀ ਨੀਡ ਹੈਗੀ ਆ, ਕਿਹੜੀ ਚੀਜ਼ ਦੀ ਨਹੀਂ ਹੈਗੀ। ਆਈ ਥਿੰਕ ਜਿਹੜੀ ਨਵੀਂ ਸਰਕਾਰ ਆਉਂਦੀ ਆ ਨਾ, ਉਹ ਕੀ ਹੁੰਦਾ ਵਾ ਕਿ ਉਹ ਜਦੋਂ ਨਵੀਂ ਆਉਂਦੀ ਆ ਨਾ, ਪਾਰਟੀ ਰੂਲਸ ਪਾਵਰ ਦੇ ਵਿੱਚ ਆਉਂਦੀ ਆ, ਤੇ ਉਹ ਚਾਹੁੰਦੇ ਆ ਕਿ ਪਹਿਲਾਂ ਇੱਕ ਸਿਸਟਮ ਦੇ ਹਾਲਾਤ, ਖਸਤਾ ਹਾਲਾਤ ਦੱਸਣਾ ਚਾਹੁੰਦੇ ਆ ਕਿ ਕਿੰਨਾ ਸਿਸਟਮ ਸਾਡਾ ਖਸਤਾ ਹਾਲਾਤ ਦੇ ਵਿੱਚ ਹੈਗਾ ਵਾ, ਤਾਂ ਜੋ ਉਹ ਕੀ ਬੈਟਰ ਜਿਹੜਾ ਅੱਗੇ ਅਗਰ ਸਪੋਜ਼ ਇੰਪਰੂਵਮੈਂਟ ਕਰ ਸਕਣ ਤੇ ਉਹਨੂੰ ਨਾ ਕੰਟਰਾਸਟ ਕਰਕੇ ਦਿਖਾ ਸਕਣ ਕਿ ਦੇਖੋ ਪਹਿਲਾਂ ਸਿਚੁਏਸ਼ਨ ਕਿਹੋ ਜਿਹੀ ਸੀ ਤੇ ਹੁਣ ਕਿੱਦਾਂ ਦੀ ਸੀ। ਤੁਹਾਡਾ ਹੱਕ ਆ, ਤੁਸੀਂ ਕਰ ਸਕਦੇ ਹੋ, ਬਟ ਤੁਸੀਂ ਆਈ ਥਿੰਕ ਬਦਨਾਮ ਨਹੀਂ ਕਰ ਸਕਦੇ। ਇਹ ਕਿਤੇ ਨਾ ਕਿਤੇ ਪ੍ਰੋਬਲਮੈਟਿਕ ਆ। ਤੇ ਆਈ ਥਿੰਕ ਜਿਹੜੇ ਨਾਲ ਬਿਊਰੋਕਰੇਟਸ ਵੀ ਹੈਗੇ ਸੀ ਉਹਨਾਂ ਦੇ ਨਾਲ, ਬੇਸ਼ੱਕ ਹੋਣਗੇ ਉਹਨਾਂ ਦੇ ਨਾਲ, ਸੋ ਉਹਨਾਂ ਨੂੰ ਵੀ ਇੰਟਰਵੀਨ ਕਰਨਾ ਚਾਹੀਦਾ ਸੀ, ਕਿ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਮੰਤਰੀ ਸਾਹਿਬ ਨੂੰ ਕਿ ਤੁਹਾਡੇ ਜਿਹੜੇ ਕੋਡ ਆਫ ਕੰਡਕਟ ਕੀ ਹੋਣਾ ਚਾਹੀਦਾ ਵਾ। ਅਗਰ ਸਪੋਜ਼ VC ਨਾ ਕਰ ਰਹੇ ਆ, ਤੁਸੀਂ ਉਹਨੂੰ ਹੀ ਹਿਊਮਿਲੇਟ ਨਹੀਂ ਕਰ ਸਕਦੇ, ਕਿਉਂਕਿ ਇਹਦੇ ਨਾਲ ਕੀ ਬਹੁਤ ਬੁਰਾ ਪ੍ਰਭਾਵ ਪੈਂਦਾ ਵਾ। ਅਗਰ ਸਪੋਜ਼ ਅੱਜ ਉਹਨਾਂ ਨੇ ਇੱਕ ਵੀਡੀਓ ਜਿੱਦਾਂ ਅੱਜ ਵਾਇਰਲ ਹੋ ਗਈ ਹੈ, ਇਹ ਹੁਣ ਸਾਡੇ ਨਜ਼ਰ ਦੇ ਵਿੱਚ ਜਿਹੜੇ ਨੋਰਮਲ ਆਮ ਜਨਤਾ ਦੇ ਵਿੱਚ ਆ, ਉਹਦੇ ਵਿੱਚ ਇੱਕ ਡਾਕਟਰਾਂ ਦੀ ਛਵੀ ਹੈਗੀ ਆ, ਉਹ ਖਰਾਬ ਹੁੰਦੀ ਆ ਕਿਤੇ ਨਾ ਕਿਤੇ। ਤੇ ਆਈ ਥਿੰਕ ਇਹ ਪ੍ਰੋਬਲਮੈਟਿਕ ਆ, ਕਿਉਂਕਿ ਆਲਰੇਡੀ ਡਾਕਟਰਾਂ ਨੂੰ ਬੜਾ ਨੈਗੇਟਿਵ ਰੋਲ ਦੇ ਵਿੱਚ ਦਿਖਾਇਆ ਜਾਂਦਾ, ਚਾਹੇ ਉਹ ਮੀਡੀਆ ਹੋਵੇ, ਚਾਹੇ ਮੂਵੀਜ਼ ਦੇ ਵਿੱਚ ਹੋਵੇ, ਤੇ ਇਹੋ ਜਿਹੀਆਂ ਜਦੋਂ ਚੀਜ਼ਾਂ ਹੋਰ ਆਉਂਦੀਆਂ ਨੇ, ਜਦੋਂ ਦੇਖਦੇ ਆ ਕਿ ਲੋਕੀ ਇੱਕ ਮੰਤਰੀ ਕਿੱਦਾਂ ਉਹਨੂੰ ਡਾਂਟ ਫਟਕਾਰ ਰਿਹਾ ਵਾ, ਤੇ ਆਈ ਥਿੰਕ ਉਹ ਜਿਹੜੀ ਕਿਤੇ ਨਾ ਹੋਰ ਡੀਗ੍ਰੇਡ ਕਰਦੀ ਆ ਡਾਕਟਰਸ ਦੀ ਇਮੇਜ, ਤੇ ਆਈ ਥਿੰਕ ਵਿਚ ਇਜ਼ ਨਾਟ ਗੁੱਡ ਫॉर ਐਨੀਵਨ।
ਵਿਕਰਮ, ਇਹ ਤਾਂ VC ਨੂੰ ਉਹਨਾਂ ਨੇ ਐਵੇਂ ਟ੍ਰੀਟ ਕੀਤਾ। ਔਰ ਤੁਸੀਂ ਸੋਚੋ, ਅਗਰ ਕੋਈ ਨਾਰਮਲ EMPLOYE ਹੁੰਦਾ, ਕੋਈ ਵਾਰਡ ਮੈਨੇਜ ਕਰ ਰਹੀ ਉੱਥੇ ਕੁੜੀ ਹੁੰਦੀ, ਕੋਈ ਸਟਾਫ ਨਰਸ ਹੁੰਦੀ, ਕੋਈ SMO ਹੁੰਦਾ, ਜਾਂ ਕੋਈ ਹੋਰ ਛੋਟੇ ਲੈਵਲ ਤੇ ਡਾਕਟਰ ਹੁੰਦਾ, ਤਾਂ ਉਹਦੇ ਬਾਰੇ ਤਾਂ ਕਿਸੇ ਨੇ ਗੱਲ ਹੀ ਨਹੀਂ ਸੀ ਕਰਨੀ। ਔਰ ਏਦਾਂ ਦੀ ਹਿਊਮਿਲੀਏਸ਼ਨ ਪਤਾ ਨਹੀਂ ਆਪਣੇ ਸਟਾਫ ਮੈਂਬਰ ਜਿਹੜੇ ਆ ਉਹ ਕਿੰਨੀ ਜ਼ਿਆਦਾ ਫੇਸ ਕਰ ਰਹੇ ਨੇ। ਹੁਣ ਤੁਸੀਂ VC ਰਾਜ ਬਹਾਦਰ ਦਾ ਅਸਤੀਫਾ ਦੇਣ ਦਾ ਕਾਰਨ ਵੀ ਦੇਖੋ। ਉਹਨਾਂ ਨੇ ਕਿਹਾ ਕਿ ਇਸ ਮਾਹੌਲ ਦੇ ਵਿੱਚ ਮੈਂ ਕੰਮ ਨਹੀਂ ਕਰ ਸਕਦਾ। VC ਰਾਜ ਬਹਾਦਰ ਦੇ ਕੋਲ ਹੋ ਸਕਦਾ ਉਹਨਾਂ ਦੇ ਕੋਲ ਸਫੀਸ਼ੀਐਂਟ ਰਿਸੋਰਸਿਸ ਹੋਣ ਕਿ ਉਹ ਬਿਨਾਂ ਕੰਮ ਕੀਤੇ ਵੀ ਰੋਟੀ ਖਾ ਸਕਦੇ ਆ, ਪਰ ਇੱਥੇ ਬਹੁਤ ਆਪਣੇ ਡਾਕਟਰ, ਮੈਡੀਕਲ ਸਟਾਫ ਏਦਾਂ ਦਾ ਆ ਜਿਨ੍ਹਾਂ ਦੀ ਜੌਬ ਕਰਨਾ ਇੱਕ ਮਜਬੂਰੀ ਆ। ਸੋ ਵਟ ਐਵਰ ਦ ਸਰਕਮਸਟੈਂਸਿਸ ਦੇ ਕੈਨ ਨਾਟ ਅਫੋਰਡ ਟੂ ਰਿਜ਼ਾਈਨ। ਔਰ ਇਹ ਚੇਤਨ ਸਿੰਘ ਜੌੜਾ ਮਾਜਰਾ ਨੂੰ ਇਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਆਪਣਾ ਵਰਕ ਇਨਵਾਇਰਨਮੈਂਟ ਆਪਣੇ ਸਟਾਫ ਦੇ ਲਈ, ਤਾਂ ਕਿ ਉਹ ਮੈਂਟਲੀ ਐਟ ਦਾ ਬੈਸਟ ਲੈਵਲ ਤੇ ਜਾ ਕੇ ਕੰਮ ਕਰ ਸਕਣ, ਉਹ ਵਧੀਆ ਬਣਾਈਏ। ਉਹਨਾਂ ਦੀ ਮੈਂਟਲ ਹੈਲਥ ਦਾ ਵੀ ਧਿਆਨ ਰੱਖੀਏ। ਮੈਨੂੰ ਨਹੀਂ ਲੱਗਦਾ ਚੇਤਨ ਸਿੰਘ ਜੌੜਾ ਮਾਜਰਾ ਨੂੰ ਇਸ ਮੈਂਟਲ ਹੈਲਥ ਵਾਲੇ ਪਾਸੇ ਨੂੰ ਕੋਈ ਕੰਸਰਨ ਵੀ ਹੋਏਗਾ। ਇਟ ਵਾਸ ਜਸਟ ਕਿ ਉਹਨਾਂ ਨੇ ਪਬਲਿਸਿਟੀ ਲੈਣੀ ਸੀ, ਉਹਨਾਂ ਨੇ ਇੱਕ ਸੁਰਖੀਆਂ ਬਟੋਰਨੀਆਂ ਸੀ ਔਰ ਆਪਣੀ ਤਾਕਤ ਦਿਖਾਣੀ ਸੀ ਕਿ ਦੇਖੋ ਮੈਂ ਤਾਂ VC ਚ ਆ ਗਿਆ। ਤੇ ਇਹੀ ਚੀਜ਼ ਨਾ ਮੈਂ ਦੇਖਦਾ ਵਾਂ ਕਿ ਜਿੱਦਾਂ ਅਗਰ ਸਪੋਜ਼ ਮੈਂ ਅਗਰ ਹੁਣ ਡਾਕਟਰਸ ਦੀ ਵੀ ਗੱਲ ਕਰਾਂ, ਜਿਹੜੇ ਇੱਕ ਪੱਖ ਜਿਹੜਾ ਹੈਗਾ ਲੋਕਾਂ ਦਾ, ਉਹ ਕਹਿੰਦੇ ਆ ਕਿ ਡਾਕਟਰ ਗਲਤ ਵੀ ਗਏ ਨੇ, ਜਿਹੜੇ ਮਤਲਬ ਅਗਰ ਸਪੋਜ਼ ਸਟਾਂਸ ਲੈਂਦੇ ਨੇ ਕਿ ਮੰਤਰੀ ਸਾਹਿਬ ਸਹੀ ਨੇ, ਠੀਕ ਹੈ ਚਲੋ। ਤੇ ਉਹੀ ਚੀਜ਼ ਆ ਜਾਂਦੀ ਹੈ ਕਿ ਅਗਰ ਸਪੋਜ਼ ਮੈਂ ਗੱਲ ਕਰਦਾ ਕਿ ਲੈਟ ਸਪੋਜ਼ ਅੱਜ ਜਿੱਦਾਂ ਮੰਤਰੀ ਸਾਹਿਬ ਸਾਡੇ ਗਏ ਨੇ ਹਸਪੀਟਲ ਦੇ ਵਿੱਚ, ਉਹਨਾਂ ਨੇ ਦੇਖਿਆ ਕਿ ਇਹੋ ਜਿਹੀ ਕੰਡੀਸ਼ਨ ਹੈਗੀ ਆ, ਮਾੜੀ ਆ। ਆਈ ਥਿੰਕ ਕਿ ਕਿਤੇ ਨਾ ਕਿਤੇ ਫਿਰ ਡਾਕਟਰ ਸਾਹਿਬ ਨੂੰ ਵੀ, VC ਸਾਹਿਬ ਨੂੰ ਵੀ ਦੇਖਣਾ ਚਾਹੀਦਾ ਸੀ। ਅਗਰ ਆਪਾਂ ਕਹਿ ਦਿੰਦੇ ਆ ਨਾ, ਕਈ ਜਣੇ ਕਹਿ ਦਿੰਦੇ ਆ ਕਿ ਇਹ VC ਦੀ ਰਿਸਪੌਂਸਿਬਿਲਿਟੀ ਨਹੀਂ ਹੈਗੀ ਕਿ ਸਟਾਫ ਮਤਲਬ ਜਿਹੜੇ ਗੱਦੇ ਚੈੱਕ ਕਰਨਾ, ਇਹ ਚੀਜ਼। ਬਟ ਠੀਕ ਆ, ਅਗਰ ਮੈਂ ਐਜ਼ ਐਨ ਲੀਡਰ ਦੀ ਗੱਲ ਕਰਾਂ ਤੇ ਜਿਹੜੇ ਵੀ ਉਸ ਚੀਜ਼ ਦੇ ਰਿਸਪੌਂਸਿਬਲ ਹੈਗੇ ਸੀ, ਅਗਰ ਉਸਨੇ ਉਹ ਐਕਸ਼ਨ ਨੇ ਮਤਲਬ ਜਿਹੜੇ ਟਾਸਕ ਜਿਹੜੇ ਪਰਫਾਰਮ ਨਹੀਂ ਕੀਤੇ, ਤੇ ਉਹਦੀ ਰਿਸਪੌਂਸਿਬਿਲਿਟੀ ਸਰਟਨਲੀ ਆਉਂਦੀ ਹੈ ਲੀਡਰ ਤੇ। ਅਗਰ ਸਪੋਜ਼ ਪ੍ਰੋਬਲਮਸ ਹੈਗੀਆਂ ਸੀ ਤੇ VC ਸਾਹਿਬ ਨੂੰ ਵੀ ਆਈ ਥਿੰਕ ਕਿ ਉਹ ਲੈਟਰਸ ਲੈ ਕੇ ਆਉਣਾ ਚਾਹੀਦਾ ਸੀ ਕਿ ਅਸੀਂ ਕਿੰਨੀਆਂ ਵਾਰ ਰਿਕੁਐਸਟ ਕੀਤੀ ਆ ਗਵਰਨਮੈਂਟ ਨੂੰ ਕਿ ਇਹ ਸਾਰੀਆਂ ਚੀਜ਼ਾਂ ਨੂੰ ਸਾਨੂੰ ਅਪਗ੍ਰੇਡ ਕਰਨਾ ਚਾਹੀਦਾ ਵਾ, ਜਾਂ ਫਿਰ ਸਾਨੂੰ ਗ੍ਰਾਂਟਸ ਵਗੈਰਾ ਮੰਗੀਆਂ ਸੀ। ਸੋ ਆਈ ਥਿੰਕ ਇਹ ਵੀ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਸ਼ੱਕ ਪੈਦਾ ਕਰ ਦਿੰਦੇ ਕਿ ਸ਼ਾਇਦ ਕੀ ਪਤਾ ਸੱਚੀ VC ਸਾਹਿਬ ਜਿਹੜੇ ਹੈਗੇ ਆ ਕਲਪ੍ਰੀਟ ਹੋਣ, ਜਿਹੜੇ ਉਹਨਾਂ ਨੇ ਇਹੋ ਜਿਹਾ ਐਕਸ਼ਨ ਨਹੀਂ ਲਿਆ। ਸੋ ਇਹ ਵੀ ਚੀਜ਼ ਆ ਜਾਂਦੀ ਕਿਤੇ ਨਾ ਕਿਤੇ। ਵਿਕਰਮ, ਤੁਸੀਂ ਰੈਫਰੈਂਸ ਦਿੱਤਾ ਕਿ ਮੈਂ ਖੁਦ ਇਸ ਮੈਡੀਕਲ ਫੀਲਡ ਦੀ, ਹੁਣ ਮੈਂ ਤੁਹਾਨੂੰ ਇੱਕ ਅੰਦਰਲੀਆਂ ਗੱਲਾਂ ਦੱਸਦੀਆਂ ਜੋ ਮੈਂ ਆਈ ਹੈਵ ਰਿਅਲਾਈਜ਼ਡ ਕਿ ਸਾਡੇ ਸਿਸਟਮ 'ਚ ਪ੍ਰੋਬਲਮਸ ਹੈਗੀਆਂ। ਜੇ ਆਪਣੇ ਪੰਜਾਬ 'ਚ ਸਿਰਫ ਇੱਕੋ ਹੀ ਮੈਡੀਕਲ ਯੂਨੀਵਰਸਿਟੀ ਹੈ ਸਰਕਾਰੀ, ਜਿਹੜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ। ਤੁਸੀਂ ਉਹਦੇ ਕੈਂਪਸ ਦੇ ਵਿੱਚ ਜਾ ਕੇ ਦੇਖੋ। ਮੈਂ 2012-13 ਦੇ ਵਿੱਚ ਗਈ ਹਾਂ, ਉਸ ਤੋਂ ਬਾਅਦ ਮੇਰਾ ਗੇੜਾ ਨਹੀਂ ਲੱਗਿਆ। ਉੱਥੇ ਹਾਲਤ ਇੰਨੀ ਮਾੜੀ ਸੀ, ਉਹਦੀ ਜਿਹੜਾ ਇਨਫਰਾਸਟਰਕਚਰ ਉਹ ਵੀ ਖੰਡਰ ਹੋ ਚੁੱਕਾ ਹੈ, ਉਹਦੇ ਅੰਦਰ ਅਵੇਲੇਬਿਲਿਟੀ ਆਫ ਸਟਾਫ ਐਂਡ ਹੋਰ ਜਿਹੜੀਆਂ ਫੈਸਿਲਿਟੀਜ਼ ਨਹੀਂ। ਅਗਰ ਤੁਸੀਂ ਆਪਣੇ ਹਸਪੀਟਲਸ ਦੀ ਗੱਲ ਕਰ ਲਓ, ਹਸਪੀਟਲਸ ਦੇ ਵਿੱਚ ਵੀ ਬਹੁਤ ਜ਼ਿਆਦੀਆਂ ਕਮੀਆਂ ਨੇ। ਮੈਂ ਹੁਣ ਇੱਥੇ ਆਉਣਾ ਚਾਹੁੰਦੀ ਹਾਂ ਮੈਡੀਕਲ ਐਜੂਕੇਸ਼ਨ ਤੇ। ਜਿਹੜੇ ਆਪਣੇ ਪੰਜਾਬ ਦੀ ਮੈਡੀਕਲ ਐਜੂਕੇਸ਼ਨ ਆ ਵਿਕਰਮ, ਏਦਾਂ ਦੇ ਕਾਲਜਸ ਪ੍ਰਾਈਵੇਟ ਆਪਣੇ ਖੁੱਲੇ ਹੋਏ ਨੇ ਮਸ਼ਰੂਮਸ ਵਾਂਗੂ, ਜਿੱਥੇ ਡਮੀ ਪੇਸ਼ੈਂਟਸ, ਜਿੱਥੇ ਫੇਕ ਐਡਮਿਸ਼ਨਸ ਐਂਡ ਫੇਕ ਮਰੀਜ਼ਾਂ ਨੂੰ ਭਰਤੀ ਕਰਕੇ ਬੱਚਿਆਂ ਨੂੰ ਫੇਕ ਐਕਸਪੀਰੀਅੰਸ ਸਰਟੀਫਿਕੇਟ ਦੇ ਕੇ ਡਾਕਟਰ ਬਣਾ ਦਿੱਤਾ ਜਾਂਦਾ, ਨਰਸਿਸ ਬਣਾ ਦਿੱਤਾ ਜਾਂਦਾ। ਉਹਨਾਂ ਨੂੰ ਜੋ ਪ੍ਰੈਕਟੀਕਲ ਜਿਹੜੀ ਨੌਲੇਜ ਹੋਣੀ ਚਾਹੀਦੀ ਸੀ ਉਹ ਮੁਹੱਈਆ ਨਹੀਂ ਕਰਾਈ ਜਾਂਦੀ। ਉਹਨਾਂ ਨੂੰ ਕੋਈ ਵੀ ਮਤਲਬ ਮੈਂ ਸਿੱਧਾ ਜਿਹਾ ਕਹਾਂ ਕਿ ਡਾਕਟਰ ਜਾਂ ਨਰਸਿਸ ਜਾਂ ਇਹਨਾਂ ਨੂੰ ਲੋਕਾਂ ਦੀ ਜਾਨ ਬਚਾਉਣ ਲਈ ਕਿਹਾ ਜਾਂਦਾ ਹੈ ਨਾ, ਰੱਬ ਦਾ ਰੂਪ ਕਿਹਾ ਜਾਂਦਾ। ਸੋ ਜਦੋਂ ਇਹਨਾਂ ਨੂੰ ਪ੍ਰੈਕਟੀਕਲ ਨੌਲੇਜ ਹੀ ਨਹੀਂ ਦਿੰਦਾ ਸਾਡਾ ਪੰਜਾਬ ਦਾ ਐਜੂਕੇਸ਼ਨ ਸਿਸਟਮ, ਜਿੱਥੇ ਮੈਂ ਮੰਨਦੀ ਹਾਂ ਕਿ ਸਾਡੇ VC ਦੀ ਗਲਤੀ ਹੈਗੀ ਆ। ਬਹੁਤ ਏਦਾਂ ਦੇ ਮੈਡੀਕਲ ਕਾਲਜਸ ਆ ਵਿਕਰਮ, ਜਿੱਥੇ ਡਮੀ ਪੇਸ਼ੈਂਟਸ ਦਿਖਾ ਕੇ ਉਹ ਆਪਣੀ ਸਰਕਾਰ ਤੋਂ ਇੰਸਪੈਕਸ਼ਨ ਕਲੀਅਰ ਕਰਾ ਜਾਂਦੇ ਆ। ਔਰ ਮੈਂ ਇੱਥੇ ਮੰਨਦੀ ਹਾਂ ਕਿ ਬਹੁਤ ਵੱਡੇ ਲੈਵਲ ਤੇ ਕਰਪਸ਼ਨ ਹੋ ਰਹੀ ਹੋਏਗੀ। ਇਹੋ ਜਿਹੇ ਮਾਮਲਿਆਂ ਦੇ ਵਿੱਚ ਪੰਜਾਬ ਦੇ ਹੈਲਥ ਮਿਨਿਸਟਰ ਨੂੰ ਬੋਲਣਾ ਚਾਹੀਦਾ। ਇਹੋ ਜਿਹੇ ਮਾਮਲਿਆਂ 'ਚ ਕਦੀ ਵੀ VC ਪੰਜਾਬ ਯੂਨੀਵਰਸਿਟੀ, ਬਾਬਾ ਫਰੀਦ ਯੂਨੀਵਰਸਿਟੀ ਦੇ VC ਨੇ, ਮਾਫ ਕਰਨਾ, ਬਾਬਾ ਫਰੀਦ ਯੂਨੀਵਰਸਿਟੀ ਦੇ VC ਨੇ ਕਦੀ ਨਿਕਲ ਕੇ ਹੀ ਨਹੀਂ ਦੇਖਿਆ ਕਿ ਪੰਜਾਬ ਦੇ ਮੈਡੀਕਲ ਜਿਹੜੇ ਪ੍ਰਾਈਵੇਟ ਕਾਲਜਸ ਆ ਉਹਨਾਂ ਦੇ ਵਿੱਚ ਕਿਵੇਂ ਸਿਰਫ ਇੱਕ ਬਿਜ਼ਨਸ ਚੱਲ ਰਿਹਾ, ਮੁਨਾਫਾ ਖੱਟ ਰਹੇ ਨੇ। ਹਰਿਆਣਾ ਦੇ ਵੀ ਕਾਲਜਸ ਦੇ ਵਿੱਚ ਇਹੀ ਚੱਲ ਰਿਹਾ, ਪੰਜਾਬ ਦੇ ਵੀ ਪ੍ਰਾਈਵੇਟ ਕਾਲਜਸ ਦੇ ਵਿੱਚ ਸਿਰਫ ਬਿਜ਼ਨਸ ਚੱਲ ਰਿਹਾ। ਇਸ ਤੋਂ ਉੱਪਰ ਨੋ ਪ੍ਰੈਕਟੀਕਲ ਨੌਲੇਜ। ਇਹੀ ਚੀਜ਼ ਆਪਾਂ ਦੇਖਦੇ ਨਾ, ਇਹ ਸਿਰਫ ਅਗਰ ਆਪਾਂ ਉੱਪਰੋਂ ਦੇਖੀਏ ਯੂਨੀਵਰਸਿਟੀ ਦੇ ਲੈਵਲ ਦੇ ਵਿੱਚ ਹੋ ਰਿਹਾ, ਵੱਡੇ ਹਸਪੀਟਲ ਲਾਈਕ ਟਰਸ਼ਰੀ ਲੈਵਲ ਦੇ ਜਿਹੜੇ ਹਸਪੀਟਲ ਆ ਉਹਨਾਂ ਦੇ ਵਿੱਚ ਤੇ ਹੋ ਰਿਹਾ ਵਾ। ਬਟ ਇਹ ਚੀਜ਼ ਆਈ ਥਿੰਕ ਜਿਹੜੇ ਪ੍ਰਾਇਮਰੀ ਲੈਵਲ ਦੇ ਜਿਹੜੇ ਹਸਪੀਟਲ ਆ, ਜਿੱਦਾਂ ਡਿਸਪੈਂਸਰੀਜ਼ ਆ, ਅਗਰ ਲੋਕਲ ਏਰੀਆਜ਼ ਦੇ ਵਿੱਚ ਕੀ ਹੈ, ਉੱਥੇ ਵੀ ਇਹ ਪ੍ਰੋਬਲਮ ਬੜੀ ਪ੍ਰੀਵੇਲ ਕਰਦੇ ਆ। ਮੈਂ ਇੱਥੇ ਤੁਹਾਨੂੰ ਨਾ ਕਈ ਐਗਜ਼ਾਮਪਲਸ ਦੇ ਸਕਦਾ ਵਾਂ ਕਿ ਮੇਰੇ ਨੀਅਰ ਬਾਈ ਏਰੀਆ ਦੇ ਵਿੱਚ ਕਾਫੀ ਡਿਸਪੈਂਸਰੀਜ਼ ਨੇ, ਉੱਥੇ ਡਾਕਟਰ ਆਉਂਦੇ ਹੀ ਨਹੀਂ ਆ, ਚੈੱਕਅਪ ਕਰਦੇ ਹੀ ਨਹੀਂ ਆ। ਉਹੀ ਜਿਹੜੇ ਕੰਪਾਊਂਡਰ ਵਗੈਰਾ ਰੱਖੇ ਆ ਨਾ, ਉਹੀ ਉਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਕਿਹੜੀ ਮੈਡੀਸਿਨ ਲੈਣੀ ਆ। ਲਾਈਕ ਉਹ ਖੁਦ ਡਾਕਟਰ ਮਤਲਬ ਪੇਸ਼ੈਂਟ ਨੂੰ ਪੁੱਛਦੇ ਤੁਸੀਂ ਕਿਹੜੀ ਮੈਡੀਸਿਨ ਲੈਣੀ ਆ, ਉਹ ਦੱਸੋ, ਮੈਂ ਪਰਚੀ 'ਚ ਲਿਖ ਦਿੰਦਾ ਵਾਂ
ਤੇ ਤੁਹਾਨੂੰ ਮੈਡੀਸਿਨ ਮਿਲ ਜਾਏਗੀ, ਲਾਈਕ ਉਹਦਾ ਕੋਈ ਚੈੱਕਅਪ ਨਹੀਂ ਹੁੰਦਾ। ਤੇ ਇਦਾਂ ਦੇ ਡਿਸਪੈਂਸਰੀ, ਲਾਈਕ ਇਨਫਰਾਸਟ੍ਰਕਚਰ ਦੀ ਗੱਲ ਕਰੀਏ, ਪ੍ਰੋਪਰ ਬਣਿਆ ਹੋਇਆ ਵਾ, ਬਹੁਤ ਵੱਡੀ ਡਿਸਪੈਂਸਰੀ ਬਣੀ ਹੋਈ ਆ, ਬਟ ਉੱਥੇ ਡਾਕਟਰ ਹੀ ਅਵੇਲੇਬਲ ਨਹੀਂ ਗਏ। ਸੋ ਕਿਤੇ ਨਾ ਕਿਤੇ ਆਈ ਥਿੰਕ ਜਿੱਦਾਂ ਮੈਂ ਗ੍ਰਾਸ ਰੂਟ ਦੇ ਵਿੱਚ ਗੱਲ ਕਰਾਂ ਨਾ, ਤੇ ਕਿ ਗ੍ਰਾਸ ਰੂਟ ਤੇ ਜਦੋਂ ਲੋਕਾਂ ਨੂੰ ਇਹੋ ਜਿਹੀਆਂ ਪ੍ਰਾਇਮਰੀ ਪੋਜੀਸ਼ਨ ਤੇ ਇਹੋ ਜਿਹੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨਾ, ਤੇ ਉਹ ਫਿਰ ਜਦੋਂ ਉਹ ਦੇਖਦੇ ਨਾ ਕਿ ਇੱਕ ਵੀਸੀ ਨਾਲ ਇਦਾਂ ਹੋਇਆ, ਤੇ ਫਿਰ ਉਹਨੂੰ ਜਸਟੀਫਾਈ ਕਰ ਦਿੰਦੇ ਨੇ ਕਿ ਅਗਰ ਸਾਡੇ ਨਾਲ ਇਦਾਂ ਇੱਥੇ ਪ੍ਰੋਬਲਮ ਹੁੰਦੀ ਹੋਊਗੀ ਤੇ ਸ਼ਾਇਦ ਉੱਥੇ ਵੀ ਇਦਾਂ ਹੀ ਹੋਏਗੀ। ਤੇ ਆਈ ਥਿੰਕ ਇਹ ਚੀਜ਼ਾਂ ਬੜੀਆਂ ਪ੍ਰੋਬਲਮੈਟਿਕ ਨੇ। ਅਗਰ ਸਰਕਾਰ ਨੂੰ ਦੇਖਣਾ ਪਵੇਗਾ ਤੇ ਸਰਕਾਰ ਨੂੰ ਪ੍ਰਾਇਮਰੀ ਤੋਂ ਲੈ ਕੇ ਟਰਸ਼ਰੀ ਲੈਵਲ ਤੱਕ ਦੇਖਣਾ ਪਵੇਗਾ, ਪ੍ਰਾਇਮਰੀ, ਸੈਕੰਡਰੀ, ਟਰਸ਼ਰੀ ਸਾਰੇ ਲੈਵਲ ਦੇ ਵਿੱਚ ਦੇਖਣਾ ਪਵੇਗਾ ਕਿ ਕਿਹੜੀ ਕਰਪਸ਼ਨ ਕਿੱਥੇ ਹੋ ਰਹੀ ਆ। ਵਿਕਰਮ, ਤੁਸੀਂ ਗੱਲ ਕੀਤੀ ਜਿਹੜੇ ਆਪਣੀ ਪ੍ਰਾਇਮਰੀ ਲੈਵਲ ਤੇ ਹੈਲਥ ਕੇਅਰ ਹੈ, ਉਹਦਾ ਤਾਂ ਇਹਨਾਂ ਨੇ ਬਿਲਕੁਲ ਹੀ ਇੱਕ ਤਰ੍ਹਾਂ ਨਾਲ ਮੈਂ ਕਹਾਂ ਖਤਮ ਕਰ ਦੇਣਾ ਆ, ਇਹਨਾਂ ਨੇ ਸਤਿਆਨਾਸ਼ ਕਰ ਦੇਣਾ। ਕਿਉਂਕਿ ਜਿਸ ਤਰ੍ਹਾਂ ਦੇ ਮੁਹੱਲਾ ਕਲੀਨਿਕ ਦਾ ਕਨਸੈਪਟ ਹੈ ਲੈ ਕੇ ਆ ਰਹੇ, ਮੁਹੱਲਾ ਕਲੀਨਿਕ ਆਪਣਾ ਪੰਜਾਬ ਦਿੱਲੀ ਥੋੜੀ ਹੈ ਕਿ ਜਿੱਥੇ ਮੁਹੱਲੇ ਨੇ, ਇਹ ਤਾਂ ਸ਼ਹਿਰਾਂ ਦੇ ਵਿੱਚ ਕਿਤੇ ਹੁਣ ਤੁਸੀਂ ਅੰਮ੍ਰਿਤਸਰ ਬੈਠੋ ਤੇ ਹੋ ਸਕਦਾ ਗਲੀਆਂ ਮੁਹੱਲੇ ਹੈਗੇ ਨੇ, ਪਰ ਪਿੰਡਾਂ 'ਚ ਤਾਂ ਪਿੰਡ ਨੇ ਆਪਣੇ, ਉੱਥੇ ਆਲਰੇਡੀ ਆਪਣੀ ਕੋਈ ਇਨਫਰਾਸਟ੍ਰਕਚਰ ਹੈਗਾ ਆ, ਡਿਸਪੈਂਸਰੀਜ਼ ਹੈਗੀਆਂ ਆ, ਪ੍ਰਾਇਮਰੀ ਹੈਲਥ ਕੇਅਰ ਸੈਂਟਰਸ ਆ, ਸਬ ਸੈਂਟਰਸ ਆ। ਇਹ ਆਪਣੇ ਮੁਹੱਲਾ ਕਲੀਨਿਕ ਖੋਲ ਕੇ, ਮੈਂ ਕਹਿੰਦੀ ਕਿ ਜਿਹੜੇ ਪੰਜਾਬ ਦੇ ਹੈਲਥ ਮਿਨਿਸਟਰ ਇਸ ਸਮੇਂ ਹੈਗੇ ਆ, ਜਿਨ੍ਹਾਂ ਨੇ VC ਨੂੰ ਸੰਘਿਆ ਆ, ਉਹਨਾਂ ਨੂੰ ਪਤਾ ਵੀ ਨਹੀਂ ਹੋਏਗਾ ਮੁਹੱਲਾ ਕਲੀਨਿਕਸ ਬਾਰੇ। ਉਹਨਾਂ ਨੂੰ, ਮੈਨੂੰ ਨਹੀਂ ਲੱਗਦਾ ਕੋਈ ਜਾਣਕਾਰੀ ਹੋਏਗੀ ਕਿ ਕੀ ਹੋਣਾ ਚਾਹੀਦਾ, ਕੀ ਨਹੀਂ ਹੋਣਾ ਚਾਹੀਦਾ। ਸਭ ਕੁਝ ਦਿੱਲੀ ਤੋਂ ਹੀ ਰੈਗੂਲੇਟ ਕਰ ਰਹੇ ਆ, ਉਹਨਾਂ ਦੇ ਬੰਦੇ ਆ ਕੇ ਸਾਰਾ ਕੁਝ ਇੱਥੇ ਮੈਨੇਜ ਕਰ ਰਹੇ। ਉਹ ਤਾਂ ਪਹਿਲਾਂ ਵੀ ਹੈਲਥ ਮਿਨਿਸਟਰ ਸਿੰਗਲਾ ਸੀਗੇ, ਉਹਨਾਂ ਤੇ ਕਰਪਸ਼ਨ ਦੇ ਦੋਸ਼ ਲਾ ਕੇ ਨਾ ਪਿੱਛੇ ਕਰਤਾ। ਹੁਣ ਵਾਲੇ ਜਿਹੜੇ ਹੈਲਥ ਮਿਨਿਸਟਰ ਆ, ਉਹਨਾਂ ਦੀ ਐਜੂਕੇਸ਼ਨ ਤੇ ਸਵਾਲ ਉੱਥੇ ਨੇ ਜੋ ਵੈਲਿਡ ਸਵਾਲ, ਜੋ ਬਿਲਕੁਲ ਵੈਲਿਡ ਨੇ, ਪਲੱਸ ਉਹਨਾਂ ਦੇ ਐਟੀਟਿਊਡ ਦੀ ਪ੍ਰੋਬਲਮ ਹੈ। ਉਹਨਾਂ ਨੂੰ ਉਹ ਮੁਹੱਲਾ ਕਲੀਨਿਕ ਵਾਲੇ ਕਨਸੈਪਟ ਦੇਖਣਾ ਚਾਹੀਦਾ ਕਿ ਆਪਾਂ ਨੂੰ ਜ਼ਰੂਰਤ ਹੀ ਨਹੀਂ ਆਪਣੇ ਪੰਜਾਬ ਨੂੰ, ਆਪਣੇ ਕੋਲ ਆਲਰੇਡੀ ਪਿੰਡਾਂ 'ਚ ਡਿਸਪੈਂਸਰੀਆਂ ਹੈਗੀਆਂ, ਬਸ ਉੱਥੇ ਸਟਾਫ ਮੁਹੱਈਆ ਕਰਾਓ, ਡਾਕਟਰਸ ਰਿਕਰੂਟ ਕਰੋ, ਸਟਾਫ ਹੋਰ ਜਿਹੜੀਆਂ ਸਰਵਿਸਿਜ਼ ਉੱਥੇ ਲੋਕਾਂ ਨੂੰ ਦੇਣੀਆਂ ਉਹ ਮੁਹੱਈਆ ਕਰਾਓ, ਪਲੱਸ ਇੱਕ ਵਰਕਿੰਗ এনवायरमेंट ਗੁੱਡ ਬਣਾਓ। ਮੈਂ ਆਪ ਬਿਲਕੁਲ ਗੱਲ ਤੁਹਾਡੇ ਨਾਲ ਐਗਰੀ ਵੀ ਕਰਦਾ ਵਾਂ। ਲਾਈਕ ਕਰੋਨਾ ਦੇ ਟਾਈਮ ਨਾ ਇੱਕ ਰਿਪੋਰਟ ਆਈ ਸੀ ਕਿ ਅਗਰ ਆਪਾਂ ਇੰਡੀਆ ਦਾ ਹੈਲਥ ਜਿਹੜਾ ਇਨਫਰਾਸਟ੍ਰਕਚਰ ਦੇਖੀਏ ਤੇ ਪੰਜਾਬ ਦਾ ਵਨ ਆਫ ਦਾ ਬੈਸਟ ਦੇ ਵਿੱਚ ਕਾਊਂਟ ਹੁੰਦਾ ਵਾ। ਲਾਈਕ ਅਗਰ ਸਾਊਥ ਇੰਡੀਆ ਤੋਂ ਬਾਅਦ ਅਗਰ ਬੈਸਟ ਹੈਗਾ ਨਾ ਨਾਰਥ ਇੰਡੀਆ ਦੇ ਵਿੱਚ, ਉਹ ਪੰਜਾਬ ਦਾ ਵਾ। ਤੇ ਮੈਂ ਇਹ ਗੱਲ ਨਾਲ ਐਗਰੀ ਵੀ ਕਰਦਾ ਕਿਉਂਕਿ ਮੈਂ ਕਰੋਨਾ ਦੇ ਟਾਈਮ ਵੀ ਦੇਖਿਆ ਚੀਜ਼ ਨੂੰ, ਤੇ ਨਾਰਮਲ ਡੇ ਟੂ ਡੇ ਲਾਈਫ ਦੇ ਵਿੱਚ ਵੀ ਦੇਖਦਾ ਕਿ ਅਗਰ ਮੈਂ ਆਪਣੇ ਘਰ ਦੀ ਗੱਲ ਕਰਾਂ ਨਾ, ਮੇਰੇ ਘਰ ਤੋਂ 1 ਕਿਲੋਮੀਟਰ ਦੇ ਵਿੱਚ 2 ਡਿਸਪੈਂਸਰੀਜ਼ ਨੇ, ਐਂਡ ਦੋਨੋਂ ਡਿਸਪੈਂਸਰੀਜ਼ ਬਹੁਤ ਵਧੀਆ ਤਰੀਕੇ ਨਾਲ ਆਲਰੇਡੀ ਚੱਲ ਰਹੀਆਂ ਨੇ। ਬੇਸ਼ੱਕ ਉੱਥੇ ਡਾਕਟਰਾਂ ਦੀ ਮੈਂ ਜਿਹੜੀ ਕਹੀ ਆ ਪ੍ਰੋਬਲਮ ਉਹ ਜੈਨੂਇਨ ਹੈਗੀ ਆ, ਬਟ ਮੈਡੀਸਨ ਮਿਲਦੀ ਆ। ਅਗਰ ਕੋਈ ਜਾਂਦਾ ਵਾ, ਕੋਈ ਗਰੀਬ ਬੰਦਾ ਜਾਂਦਾ ਵਾ, ਤੇ ਉਹਨੂੰ ਮੈਡੀਸਨ ਬਿਲਕੁਲ ਮਿਲਦੀ ਆ, ਇਨਫਰਾਸਟ੍ਰਕਚਰ ਪ੍ਰੋਪਰ ਹੈਗਾ ਵਾ। ਉਹਨੂੰ ਮੇਨਟੇਨ ਕਰਨ ਦੀ ਜ਼ਰੂਰਤ ਆ, ਉੱਥੇ ਜਿਹੜੀਆਂ ਮਸ਼ੀਨਸ ਜਿਹੜੀਆਂ ਲਿਆਉਣ ਦੀ ਜ਼ਰੂਰਤ ਆ, ਉਸ ਨੂੰ ਆਈ ਥਿੰਕ ਕਿ ਜਿਹੜਾ ਆਲਰੇਡੀ ਪੁਰਾਣੀਆਂ ਸਰਕਾਰਾਂ ਨੇ ਕੰਮ ਕੀਤਾ ਸੀ ਨਾ, ਕਿ ਡਿਸਪੈਂਸਰੀਜ਼ ਬਣਾਈਆਂ ਸੀ ਹਰ ਮੁਹੱਲੇ 'ਚ ਜਾ ਕੇ, ਮਤਲਬ ਏਰੀਆ ਦੇ ਵਿੱਚ ਜਾ ਕੇ, ਤੇ ਹੁਣ ਇਹ ਜਿਹੜੀ ਸਰਕਾਰ ਨਾ ਉਹਨੂੰ ਥੋੜਾ ਜਿਹਾ ਦੁਬਾਰਾ ਪੇਂਟ ਕਰਵਾ ਕੇ ਆਪਣਾ ਇੱਕ ਨਵਾਂ ਨਾਮ ਦੇ ਕੇ ਤੇ ਉਹ ਕ੍ਰੈਡਿਟ ਆਪਣੇ ਵੱਲ ਖਿੱਚਣਾ ਚਾਹ ਰਹੀ ਹੈ ਕਿ ਇਹ ਚੀਜ਼ਾਂ ਅਸੀਂ ਕਰਾਈਆਂ, ਬਟ ਆਲਰੇਡੀ ਆਈ ਥਿੰਕ ਇਹ ਸਰਕਾਰਾਂ ਨੇ ਪੁਰਾਣੀਆਂ ਨੇ ਕੀਤਾ ਹੀ ਹੈਗਾ ਵਾ। ਤੇ ਜਿਹੜਾ ਪ੍ਰਾਇਮਰੀ ਹੈਲਥ ਇਨਫਰਾਸਟ੍ਰਕਚਰ ਜਿਹੜਾ ਸਾਡੀ ਪੰਜਾਬ ਦਾ ਹੈਗਾ ਵਾ, ਆਈ ਥਿੰਕ ਉਹ ਬੈਟਰ ਹੈਗਾ ਵਾ। ਥੋੜੀ ਜਿਹੀ ਇੰਪਰੂਵਮੈਂਟ ਦੀ ਲੋੜ ਹੈਗੀ ਆ, ਬਿਲਕੁਲ ਲੋੜ ਹੈਗੀ ਆ, ਮੇਨਟੇਨੈਂਸ ਦੀ ਲੋੜ ਹੈਗੀ ਆ, ਬਿਲਕੁਲ ਹੈਗੀ ਆ, ਬਟ ਉਸ ਨੂੰ ਜਸਟ ਕ੍ਰੈਡਿਟ ਦੇ ਨਾਮ ਤੇ ਪੂਰਾ ਚੇਂਜ ਕਰਨਾ, ਆਈ ਥਿੰਕ ਉਹ ਕਿਤੇ ਨਾ ਕਿਤੇ ਗਲਤ ਲੱਗਦਾ ਮੈਨੂੰ। ਸਿਰਫ ਕ੍ਰੈਡਿਟ ਫੋਰ ਚੱਲ ਰਹੀ ਹੈ ਕਿ ਅਸੀਂ ਸੇਵਾ ਕੇਂਦਰਾਂ ਨੂੰ ਟ੍ਰਾਂਸਫਾਰਮ ਕਰਕੇ ਅਸੀਂ ਆਪਣੇ ਮੁਹੱਲਾ ਕਲੀਨਿਕ ਉੱਥੇ ਐਸਟੈਬਲਿਸ਼ ਕਰ ਲਈਏ। ਜਿਹੜਾ ਸੇਵਾ ਕੇਂਦਰ ਦੀ ਅਗਰ ਆਪਾਂ ਗੱਲ ਮੈਂ ਕਰਾਂ ਨਾ, ਖੈਰ ਆਪਣੇ ਟੌਪਿਕ ਤੋਂ ਬਾਹਰ ਹੋ ਗਿਆ, ਪਰ ਸੇਵਾ ਕੇਂਦਰ ਜਿਹੜਾ ਕਨਸੈਪਟ ਸੀਗਾ ਨਾ ਵਿਕਰਮ, ਉਹ ਬਹੁਤ ਵਧੀਆ ਸੋਚ ਦੇ ਨਾਲ ਲਿਆਂਦਾ ਗਿਆ ਕਨਸੈਪਟ ਸੀ, ਔਰ ਉਹਦੀ ਆਪਣੀ ਪੰਜਾਬ ਨੂੰ ਜ਼ਰੂਰਤ ਸੀ। ਲੇਕਿਨ ਉਸ ਤੋਂ ਬਾਅਦ ਇਹ ਲਿਆਂਦਾ ਸੀ ਸੁਖਬੀਰ ਸਿੰਘ ਬਾਦਲ ਸਰਕਾਰ ਨੇ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਏ, ਔਰ ਇਹੀ ਇੱਕ ਜੈਲਸ ਕਰਨ ਵਾਲੀ ਜਾਂ ਆਪਣਾ ਅਗਲੇ ਦਾ ਕੰਮ ਨੂੰ ਖਰਾਬ ਕਰ ਦੇਣਾ ਕਿ ਉਹਦਾ ਨਾਮ ਨਾ ਬਣ ਜਾਏ, ਉਹਨਾਂ ਨੇ ਆ ਕੇ ਸੇਵਾ ਕੇਂਦਰਾਂ ਨੂੰ ਨਸ਼ਟ ਕਰ ਦਿੱਤਾ, ਬਰਬਾਦ ਕਰ ਦਿੱਤਾ। ਹੁਣ ਆਮ ਆਦਮੀ ਪਾਰਟੀ ਨੇ ਉਹਨਾਂ ਸੇਵਾ ਕੇਂਦਰਾਂ ਦੇ ਵਿੱਚ ਮੁਹੱਲਾ ਕਲੀਨਿਕਸ ਖੋਲ ਕੇ ਬਸ ਆਪਣਾ ਪੇਂਟ ਕਰ ਲਿਆ ਐਂਡ ਪੈਸਾ ਲਗਾ ਕੇ ਆਪਣਾ ਜਿਹੜਾ ਉਹ ਗਰੰਟੀ ਦੇਣ ਦੀ ਮਜਬੂਰੀ ਸੀ ਕਿ ਅਸੀਂ ਗਰੰਟੀ ਪੂਰੀ ਕਰਨੀ ਹੈ, ਸਿਰਫ ਉਹ ਪੂਰੀ ਕਰ ਰਹੇ ਆ। ਇਹਦੇ ਵਿੱਚ ਕੋਈ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕੋਈ ਵੀ ਇਹਦੇ ਨਾਲ ਬਦਲਾਵ ਲੋਕਾਂ ਦੀਆਂ ਹੈਲਥ ਸਰਵਿਸਿਜ਼ ਦੇ ਉੱਤੇ ਜਿਹੜੀਆਂ ਲੋਕਾਂ ਨੂੰ ਮਿਲਦੀਆਂ ਨੇ ਕੋਈ ਨਹੀਂ ਪੈਣਾ। ਪਰ ਰਹੀ ਗੱਲ ਵਿਕਰਮ ਹੈਲਥ ਦੀ, ਜਦੋਂ ਸਿਹਤ ਦੀ ਗੱਲ ਆਉਂਦੀ ਹੈ ਨਾ, ਇੱਥੇ ਕੋਈ ਗਰੀਬ ਜਾਂ ਅਮੀਰ ਨਹੀਂ ਹੁੰਦਾ। ਇਹ ਜਦੋਂ ਦੇਖੋ ਛੋਟੀ ਮੋਟੀ ਬਿਮਾਰੀ ਹੈ, ਕੋਈ ਖਾਂਸੀ ਜ਼ੁਕਾਮ ਹੈ, ਕੋਈ ਬੁਖਾਰ ਚੜ ਗਿਆ, ਮੇਬੀ ਟਾਈਫਾਇਡ ਵੀ ਹੋ ਗਿਆ, ਉਹ ਵੀ ਚੀਜ਼ਾਂ ਆਪਾਂ ਘਰੇ ਮੈਨੇਜ ਕਰ ਸਕਦੇ ਹਾਂ ਜਾਂ ਡਿਸਪੈਂਸਰੀ ਤੋਂ ਦਵਾਈ ਲਈ ਮੈਨੇਜ ਕਰ ਲਿਆ। ਜਿੱਥੇ ਆਪਾਂ ਨੂੰ ਵੱਡੀ ਪ੍ਰੋਬਲਮ ਆਉਂਦੀ ਹੈ ਨਾ, ਜਿੱਥੇ ਦਵਾਈਆਂ ਤੇ ਆਪਣੇ ਲੱਖਾਂ ਰੁਪਏ ਖਰਚ ਹੋ ਜਾਂਦੇ ਆ, ਜਿੱਥੇ ਹਸਪੀਟਲ ਦੇ ਵਿੱਚ ਪ੍ਰਾਈਵੇਟ 'ਚ ਜਾਣਾ ਪੈਂਦਾ ਤੇ 10 ਲੱਖ ਗਿਆ, 20 ਲੱਖ ਗਿਆ, ਔਰ ਇਸ ਤੋਂ ਵੀ ਜ਼ਿਆਦਾ ਲੋਕ ਖਰਚਾ ਕਰਦੇ ਨੇ। ਉਸ ਹੈਲਥ ਸਿਸਟਮ ਨੂੰ ਵੀ ਇੰਟੈਂਸੀਫਾਈ ਸਟਰੋਂਗ ਕਰਨ ਦੀ ਅਤੇ ਭਗਵੰਤ ਮਾਨ ਸਰਕਾਰ ਨੂੰ ਜ਼ਰੂਰਤ ਆ। ਮੁਹੱਲਾ ਕਲੀਨਿਕ ਆਰ ਨੋਟ ਸਫੀਸ਼ੀਐਂਟ।
ਮੁਹੱਲਾ ਕਲੀਨਿਕ ਤਾਂ ਜੀ ਪਿੰਡਾਂ ਦੇ ਵਿੱਚ ਤੁਸੀਂ ਦੇਖੋਗੇ ਆਰਐਮਪੀ ਡਾਕਟਰ ਵੀ ਹੈਲਪ ਕਰੀ ਜਾਂਦੇ ਆ ਲੋਕਾਂ ਦੀਆਂ ਖਾਂਸੀ ਜ਼ੁਕਾਮ ਦੀਆਂ ਦਵਾਈਆਂ ਦੇਣ ਦੇ ਵਿੱਚ। ਜੀ, ਜਿੱਦਾਂ ਤੁਸੀਂ ਆਖਿਆ ਨਾ ਕਿ ਆਪਣੇ ਇੱਥੇ ਜਿਹੜੇ ਜਦੋਂ ਕੋਈ ਬੰਦਾ ਜਾਂਦਾ ਗਰੀਬ ਉਹਨੂੰ ਲੱਖਾਂ ਦੀਆਂ ਦਵਾਈਆਂ ਦੀ ਜ਼ਰੂਰਤ ਹੈਗੀ ਆ। ਮੈਂ ਇੱਥੇ ਇੱਕ ਪੁਆਇੰਟ ਐਡ ਕਰਨਾ ਚਾਹੂੰਗਾ ਕਿ ਜਿੱਦਾਂ ਸੈਂਟਰਲ ਦੀ ਸਕੀਮ ਹੈਗੀ ਆ ਜਨ ਔਸ਼ਧੀ ਸੈਂਟਰ। ਜਿਹੜੇ ਜਨ ਔਸ਼ਧੀ ਸੈਂਟਰ ਹੈਗੇ ਆ ਉੱਥੇ ਦੇਖਿਆ ਜਾਵੇ ਤੇ ਜੈਨਰਿਕ ਦਵਾਈਆਂ ਮਿਲਦੀਆਂ ਨੇ ਤੇ ਬਹੁਤ ਚੀਪ ਕੋਸਟ ਤੇ ਮੈਂ ਖੁਦ ਐਕਸਪੀਰੀਅੰਸ ਕੀਤਾ ਵਾ ਕਿ ਜਿਹੜੀ ਦਵਾਈ ਇੱਕ ਜਨਰਲ ਮੈਡੀਕਲ ਸਟੋਰ ਤੇ 500 ਰੁਪਏ ਦੀ ਮਿਲੇਗੀ ਉਹ ਜਿਹੜਾ ਜਨ ਔਸ਼ਧੀ ਸੈਂਟਰ ਆ ਉੱਥੇ ਮਤਲਬ 70-80 ਰੁਪਏ ਦੀ ਮਿਲ ਜਾਏਗੀ। ਲਾਈਕ ਇੰਨਾ ਜ਼ਿਆਦਾ ਡਿਫਰੈਂਸ ਆ। ਤੇ ਜਨ ਔਸ਼ਧੀ ਸੈਂਟਰ ਕਿੰਨੇ ਨੇ ਆਪਣੇ ਪੰਜਾਬ 'ਚ ਇਹਦਾ ਕੋਈ ਰਿਕਾਰਡ ਨਹੀਂਗਾ। ਮਤਲਬ ਰਿਕਾਰਡ ਹੈਗਾ ਵਾ ਬਟ ਔਨ ਗਰਾਊਂਡ ਕੁਝ ਨਹੀਂ ਮਿਲੇਗਾ। ਮੇਰੇ ਘਰ ਦੇ ਲਾਗੇ ਵੀ ਇੱਕ ਜਨ ਔਸ਼ਧੀ ਸੈਂਟਰ ਆ ਬਟ ਮੈਂ ਲੱਭਣ ਦੀ ਕੋਸ਼ਿਸ਼ ਕੀਤੀ, ਮੈਨੂੰ ਕਦੀ ਨਹੀਂ ਲੱਭਿਆ ਉਹ ਕਿੱਥੇ ਆ। ਤੇ ਇਹ ਹਾਲਾਤ ਨੇ। ਲਾਈਕ ਜਿਹੜੀ ਚੀਜ਼ ਆਈ ਥਿੰਕ ਫੋਕਸ ਕਰਨੀ ਚਾਹੀਦੀ ਆ ਬਿਲਕੁਲ। ਅਗਰ ਸਪੋਜ਼ ਦੇਖਿਆ ਜਾਵੇ ਮੁਹੱਲਾ ਕਲੀਨਿਕ ਦੀ ਗੱਲ ਕੀਤੀ ਜਾਵੇ ਜਾਂ ਫਿਰ ਆਪਾਂ ਡਿਸਪੈਂਸਰੀ ਦੀ ਗੱਲ ਕੀਤੀ, ਜ਼ਰੂਰਤ ਹੈਗੀ ਆ ਡਿਸਪੈਂਸਰੀ ਦੀ, ਬਿਲਕੁਲ ਜ਼ਰੂਰਤ ਹੈਗੀ ਆ। ਉਸ ਤੋਂ ਬਾਅਦ ਸੈਕੰਡਰੀ ਦੇ ਵਿੱਚ ਲੈਵਲ ਦੀ ਜ਼ਰੂਰਤ ਲੋੜ ਹੈਗੀ ਆ, ਟਰਸ਼ਰੀ ਦੀ ਲੋੜ ਹੈਗੀ ਆ ਹਸਪੀਟਲ ਦੀ। ਬਟ ਨਾਲ ਦੇ ਨਾਲ ਸਾਨੂੰ ਜੈਨਰਿਕ ਜਿਹੜੀਆਂ ਦਵਾਈਆਂ ਹੈਗੀਆਂ ਵਾ ਉਹ ਮੁਹੱਈਆ ਕਰਾਉਣ ਦੀ ਵੀ ਜ਼ਰੂਰਤ ਆ ਬਿਕੋਜ਼ ਮੇਨ ਜਿਹੜਾ ਖਰਚਾ ਆਉਂਦਾ ਕਿਸੇ ਆਮ ਇਨਸਾਨ ਦਾ ਉਹ ਦਵਾਈਆਂ ਤੇ ਆਉਂਦਾ ਵਾ। ਤੇ ਜਦੋਂ ਇੱਕ ਦਵਾਈ ਦਾ ਖਰਚਾ 7-8 ਗੁਣਾ ਘਟ ਜਾਏਗਾ ਤੇ ਆਈ ਥਿੰਕ ਉਹ ਵੀ ਬੈਟਰ ਆ। ਨਹੀਂ ਵਿਕਰਮ, ਇਹ ਤੁਸੀਂ ਗੱਲ ਵੈਸੇ ਜਨ ਔਸ਼ਧੀ ਸਕੀਮ ਦੀ ਸ਼ੁਰੂ ਵਧੀਆ ਕਰ ਲਈ, ਪਰ ਇਹਦੇ ਵਿੱਚ ਥੋੜਾ ਜਿਹਾ ਆਪਾਂ ਇਹ ਨਹੀਂ ਕਿ ਆਪਾਂ ਕਿਸੇ ਸਰਕਾਰ ਦੀ ਤਾਰੀਫ ਕਰ ਰਹੇ ਹਾਂ ਨਾ ਜਾਂ ਆਪਾਂ ਕਿਸੇ ਸਰਕਾਰ ਨੂੰ ਮਾੜਾ ਕਹਿ ਰਹੇ ਹਾਂ। ਆਪਾਂ ਹੁਣ ਗੱਲ ਕਰ ਰਹੇ ਹਾਂ ਵੀ ਪੰਜਾਬ ਦੀ ਜਿਹੜੀ ਮਾੜੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ, ਹੁਣ ਆਪਣੇ ਪੰਜਾਬ ਦੇ ਵਿੱਚ ਜਿੰਨੇ ਵੀ ਵਿਕਰਮ ਹੈਲਥ ਸਰਵਿਸਿਜ਼ ਆਪਾਂ ਦੇ ਪਾ ਰਹੇ ਹਾਂ ਨਾ, ਇਹ ਸੈਂਟਰ ਦੀ ਮਦਦ ਦੇ ਨਾਲ, ਕਿਉਂਕਿ 60-40% ਦੀ ਰੇਸ਼ੋ ਦੇ ਨਾਲ ਫੰਡ ਸ਼ੇਅਰ ਕਰਕੇ ਆਪਣੀ ਸਕੀਮਾਂ ਚੱਲ ਰਹੀਆਂ ਨੇ। ਪੰਜਾਬ ਦੇ ਵਿੱਚ ਨੈਸ਼ਨਲ ਜਿਹੜਾ ਰੂਰਲ ਹੈਲਥ ਮਿਸ਼ਨ ਚੱਲਦਾ NRHM ਜੋ ਸੈਂਟਰ ਚਲਾ ਰਿਹਾ ਹੈ ਉਹੀ ਚੱਲ ਰਿਹਾ ਹੈ। ਇਹ ਆਪਣਾ ਪੰਜਾਬ ਆਪਣੇ ਪੱਲੇ ਤੋਂ ਖਰਚਾ ਕਰਨ ਦੇ ਕਾਬਿਲ ਹੀ ਨਹੀਂ ਹੈਗਾ। ਪੰਜਾਬ ਦੀ ਸਰਕਾਰ ਕੋਲ ਇਹਨਾਂ ਪੈਸਾ ਹੀ ਨਹੀਂ ਹੈ ਕਿ ਉਹ ਕੋਈ ਏਦਾਂ ਦੀ ਸਕੀਮ ਚਲਾ ਸਕੇ। ਨਹੀਂ ਤਾਂ ਜਿੰਨੀਆਂ ਸਕੀਮਸ ਆਪਾਂ ਦੇਖ ਰਹੇ ਹਾਂ, ਜਨ ਔਸ਼ਧੀ ਸਕੀਮ ਹੋ ਗਈ, ਨੈਸ਼ਨਲ ਰੂਰਲ ਹੈਲਥ ਮਿਸ਼ਨ ਹੋ ਗਿਆ, ਇਹ ਸਿਰਫ ਸੈਂਟਰ ਦੀ ਮਿਹਰਬਾਨੀ ਕਿਰਪਾ ਨਾਲ ਹੀ ਚੱਲ ਰਹੀਆਂ ਸਕੀਮਾਂ ਨੇ ਜਿਹਦੇ ਵਿੱਚ ਪੰਜਾਬ ਨੂੰ ਬਹੁਤ ਥੋੜਾ ਫੰਡ ਐਡ ਕਰਨਾ ਪੈਂਦਾ ਹੈ। ਔਰ ਅਗਰ ਬਾਈ ਚਾਂਸ ਸੈਂਟਰ ਦੀ ਕੋਈ ਸਕੀਮ ਥੋੜੀ ਦੇਰ ਲਈ ਰੁਕ ਜਾਏ ਤਾਂ ਪੰਜਾਬ ਦੇ ਮੈਡੀਕਲ ਸਰਵਿਸਿਜ਼ ਕਿਵੇਂ ਲੋਕਾਂ ਕੋਲ ਆ ਰਹੀਆਂ ਨੇ ਉਹਦੀ ਪੋਲ ਖੁੱਲ ਜਾਏਗੀ, ਕਿਉਂਕਿ ਪੰਜਾਬ ਰੀਅਲੀ ਕਾਂਟ ਅਫੋਰਡ। ਤੁਸੀਂ ਦੇਖੋ PGI ਦੇ ਵਿੱਚ ਜਿਹੜੇ ਇਹ ਜਿਹੜੀ ਸਕੀਮ PGI ਦੇ ਵਿੱਚ ਜਿਹੜੀ ਸਕੀਮ ਦੇ ਵਿੱਚ ਪੰਜਾਬ ਤੋਂ ਪੈਸਾ ਜਾਣਾ ਸੀ, ਪੰਜਾਬ ਦੇ ਨਹੀਂ ਪਾ ਰਿਹਾ, ਪੰਜਾਬ ਕੋ ਦਿੱਤਾ ਨਹੀਂ ਜਾ ਰਿਹਾ ਪੈਸਾ। ਲੋਕਾਂ ਦੀ ਕਾਰਡ ਬਣਾਏ ਗਏ ਸੀ ਕਿ ਹਾਂ ਤੁਹਾਨੂੰ ਜੀਵਨ ਬੀਮਾ ਦੇਵਾਂਗੇ, ਤੁਹਾਨੂੰ ਮੈਡੀਕਲ ਸਿਹਤ ਬੀਮਾ ਦੇਵਾਂਗੇ, ਕਿਤੇ ਕੁਝ ਕੰਮ ਨਹੀਂ ਕਰ ਰਿਹਾ ਕਿਉਂਕਿ ਆਪਣੀ ਪੰਜਾਬ ਸਰਕਾਰ ਕੋਲ ਉਹ ਖਾਲੀ ਪੀਪਾ ਆ ਜਿਹੜਾ ਖਜ਼ਾਨੇ ਦੇ ਨਾਮ ਦਾ ਹੈ। ਆਈ ਥਿੰਕ ਤੁਸੀਂ ਉਹ ਆਯੂਸ਼ ਸਕੀਮ ਦੀ ਗੱਲ ਕਰ ਰਹੇ ਹੋ ਕਿ ਜਿਸ ਦੇ ਵਿੱਚ 5 ਲੱਖ ਦਾ ਆਯੁਸ਼ਮਾਨ ਭਾਰਤ, ਆਯੁਸ਼ਮਾਨ ਭਾਰਤ। ਤੇ ਆਈ ਥਿੰਕ ਉਹ ਜਿਹੜੀ ਸਕੀਮ ਆ ਨਾ, ਮੈਂ ਆਪਣੇ ਅੱਖਾਂ ਦੇ ਨਾਲ ਦੇਖਿਆ ਲੋਕਾਂ ਨੂੰ ਕਿ ਉਸ ਸਕੀਮ ਦਾ ਕਿੰਨਾ ਜ਼ਿਆਦਾ ਫਾਇਦਾ ਲੋਕਾਂ ਨੂੰ ਐਕਚੁਅਲ ਦੇ ਵਿੱਚ ਹੋਇਆ ਵਾ। ਕਿ ਜਿਹੜੇ ਮੈਂ ਇੱਕ ਹਸਪੀਟਲ ਦੇ ਵਿੱਚ ਸੀ, ਕਾਫੀ ਰਿਨਾਊਂਡ ਹਸਪੀਟਲ ਅੰਮ੍ਰਿਤਸਰ ਦਾ, ਤੇ ਉਸ ਦੇ ਵਿੱਚ ਮੈਂ ਦੇਖਿਆ ਇੱਕ ਬੜੀ ਪੂਅਰ ਫੈਮਿਲੀ ਸੀ। ਮਤਲਬ ਅਗਰ ਸਪੋਜ਼ ਮੈਂ ਇੱਕ ਸਟੀਰੀਓਟਾਈਪ ਕਰਾਂ ਤੇ ਮੈਂ ਸੋਚਾਂਗਾ ਕਿ ਯਾਰ ਇਹ ਬੰਦਾ ਇੰਨੇ ਵੱਡੇ ਹਸਪੀਟਲ ਦੇ ਵਿੱਚ ਕਿੱਦਾਂ ਇਲਾਜ ਕਰਾ ਪਾ ਰਿਹਾ। ਤੇ ਮੈਂ ਜਦੋਂ ਪੁੱਛਿਆ ਨਾ ਉਹਨਾਂ ਨੂੰ ਤੇ ਕਹਿੰਦੇ ਕਿ ਸਾਡੇ ਕੋਲ ਨਾ ਮੋਦੀ ਵਾਲਾ ਕਾਰਡ ਹੈਗਾ ਵਾ, ਕਿਉਂਕਿ ਉਸਨੂੰ ਉਦਾਂ ਹੀ ਟਰਮ ਨੂੰ ਫੇਮਸ ਕੀਤਾ ਗਿਆ ਵਾ ਕਿ ਸਾਡੇ ਕੋਲ ਮੋਦੀ ਵਾਲਾ ਕਾਰਡ ਹੈ। ਮੋਦੀ ਦਾ ਫੋਟੋ ਲਾ ਦਿੰਦੇ ਹੋਣੇ ਇਹਦੇ ਤੇ ਵੀ। ਜੀ ਤੇ ਉਹ ਮੋਦੀ ਵਾਲਾ ਕਾਰਡ ਕਰਕੇ ਆਈ ਥਿੰਕ ਚਲੋ ਜਿੰਨੇ ਵੀ ਲਿਆਂਦੀ ਸਕੀਮ ਸੈਂਟਰ ਨੇ ਲਿਆਂਦੀ ਮਤਲਬ ਜਾਂ ਸਟੇਟ ਨੇ ਲਿਆਂਦੀ, ਜਿਹੜਾ ਵੀ ਰੇਸ਼ੋ ਵੇ, ਇਹਦਾ ਬੈਨੀਫਿਟ ਮੈਂ ਡਾਇਰੈਕਟਲੀ ਦੇਖਦਾ ਵਾਂ ਲੋਕਾਂ ਨੂੰ ਗਰਾਊਂਡ ਲੈਵਲ ਤੇ ਬਹੁਤ ਜ਼ਿਆਦਾ ਹੁੰਦਾ ਵਾ। ਜਿਹੜਾ ਬੰਦਾ ਸੋਚ ਵੀ ਨਹੀਂ ਨਾ ਸਕਦਾ ਕਿ ਜੇ ਲੈਟਸ ਸਪੋਜ਼ ਕਿਸੇ ਨੂੰ ਹਾਰਟ ਅਟੈਕ ਹੋਇਆ ਜਾਂ ਕਿਸੇ ਨੂੰ ਸਟ੍ਰੋਕ ਹੋ ਗਿਆ, ਉਹ ਸੋਚ ਵੀ ਨਹੀਂ ਸਕਦਾ ਕਿ ਮੈਂ ਇੰਨੇ ਵੱਡੇ ਹਸਪੀਟਲ 'ਚ ਜਾ ਕੇ ਆਪਣਾ ਇਲਾਜ ਕਰਾ ਪਾਊਂਗਾ। ਉਹ ਅੱਜ ਆਪਣੇ ਸਿਰਫ ਉਸੇ ਕਾਰਡ ਦੇ ਦਮ ਤੇ ਆਪਣੇ ਇੱਕ ਜਿਹੜਾ ਪੇਸ਼ੈਂਟ ਹੁੰਦਾ ਘਰਦੇ ਨੂੰ ਵੱਡੇ ਹਸਪੀਟਲ 'ਚ ਲੈ ਕੇ ਜਾਂਦਾ ਤੇ ਇਲਾਜ ਵੀ ਕਰਾ ਪਾਉਂਦਾ। ਤੇ ਆਈ ਥਿੰਕ ਇਹ ਚੀਜ਼ ਕਿਤੇ ਨਾ ਕਿਤੇ ਚੰਗੀ ਵੀ ਆ। ਤੇ ਇਹ ਚੀਜ਼ ਨਾ ਆਪਾਂ ਦੂਜੀਆਂ ਸਟੇਟਸ ਦੇ ਵਿੱਚ ਵੀ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਲੜਾਈ ਚੱਲਦੀ ਰਹਿੰਦੀ ਕਿ ਸੈਂਟਰ ਵਾਲੀ ਸਕੀਮ ਸਾਡੇ ਸਟੇਟ 'ਚ ਨਹੀਂ ਲੱਗ ਸਕਦੀ। ਆਈ ਥਿੰਕ ਕਿਤੇ ਨਾ ਕਿਤੇ ਸਾਨੂੰ ਨਾ ਇੱਕ ਸੈਂਟਰ ਪੁਆਇੰਟ ਤੇ ਆਉਣਾ ਚਾਹੀਦਾ ਵਾ ਕਿ ਜਿਹੜੀ ਚੀਜ਼ ਲੋਕਾਂ ਦੇ ਫਾਇਦੇ ਵਾਸਤੇ ਹੈਗੀ ਆ, ਉਹ ਚਾਹੇ ਸੈਂਟਰ ਕਰ ਰਹੀ ਆ ਚਾਹੇ ਸਟੇਟ ਕਰ ਰਹੀ ਆ, ਉਹਨੂੰ ਲੋਕਾਂ ਨੂੰ ਪ੍ਰੋਵਾਈਡ ਕਰੋ ਜੋ ਮਰਜ਼ੀ ਹੋਵੇ। ਵਿਕਰਮ, ਵੈਸੇ ਸਭ ਤੋਂ ਇੰਪੋਰਟੈਂਟ ਜੋ ਗੱਲ ਇੱਥੇ ਜਿੱਦਾਂ ਨੂੰ ਫੋਕਸ ਕਰਨਾ ਚਾਹੀਦਾ ਨਵੇਂ ਬਦਲਾਵ ਵਾਲੇ ਪੰਜਾਬ ਦੇ ਹੈਲਥ ਮਿਨਿਸਟਰ ਨੂੰ, ਉਹ ਹੈਗਾ ਕਿ ਇਹਨਾਂ ਨੂੰ ਪ੍ਰੀਵੈਂਟਿਵ ਹੈਲਥ ਕੇਅਰ ਦੇ ਵਿੱਚ ਲੋਕਾਂ ਨੂੰ ਸਰਵਿਸਿਜ਼ ਦੇਣੀਆਂ ਚਾਹੀਦੀਆਂ। ਲਾਈਕ ਓਬੈਸਿਟੀ ਪੰਜਾਬ 'ਚ ਬਹੁਤ ਹੈ, ਲਾਈਕ ਪੰਜਾਬ 'ਚ ਹਾਈਪਰਟੈਂਸ਼ਨ ਐਂਡ ਡਾਇਬੀਟੀਜ਼ ਬਹੁਤ ਹੈ। ਇਹ ਜਿਹੜੀਆਂ ਪ੍ਰੋਬਲਮਸ ਨੇ ਇਹ ਬਿਮਾਰੀਆਂ ਨੂੰ ਪੈਦਾ ਕਰਦੀਆਂ ਨੇ। ਇੱਧਰਲੇ ਪਾਸੇ ਨੂੰ ਫਿਜ਼ੀਕਲ ਐਕਟੀਵਿਟੀਜ਼, ਯੋਗਾ ਐਂਡ ਹੋਰ ਪ੍ਰੀਵੈਂਟਿਵ ਮੈਜਰਸ ਜਿਹੜੇ ਹੁੰਦੇ ਆ, ਉਧਰ ਨੂੰ ਪੰਜਾਬ ਦੀ ਨਵੀਂ ਸਰਕਾਰ ਜਿਹੜੀ ਬਦਲਾਅ ਵਾਲੀ ਸਰਕਾਰ ਹੈ, ਜਿਹੜੇ ਚੇਤਨ ਸਿੰਘ ਜੌੜਾ ਮਾਜਰਾ ਦੀ ਐਜੂਕੇਸ਼ਨ ਤੇ ਅੱਜ ਅਗਰ ਸਵਾਲ ਚੱਕ ਰਹੇ ਆ ਲੋਕ, ਤਾਂ ਉਹਨਾਂ ਨੂੰ ਸਾਬਿਤ ਕਰਨਾ ਚਾਹੀਦਾ ਕਿ ਐਜੂਕੇਸ਼ਨ ਉਹਨਾਂ ਦੀ ਮਾਇਨੇ ਨਹੀਂ ਰੱਖਦੀ। ਉਹਨਾਂ ਦੀ ਜਿਹੜੀ ਕਾਬਲੀਅਤ ਆ ਉਹ ਹੈਗੀ ਆ, ਉਹ ਪੰਜਾਬ ਦੇ ਹੈਲਥ ਸਿਸਟਮ ਨੂੰ ਸੁਧਾਰ ਸਕਦੇ ਆ। ਸੋ ਉਹਨਾਂ ਨੂੰ ਪ੍ਰੀਵੈਂਟਿਵ ਹੈਲਥ ਕੇਅਰ ਵੱਲ ਆਉਣਾ ਚਾਹੀਦਾ, ਨਾ ਕਿ
ਕਿਸੇ ਦੀ ਚੁੱਕ ਦੇ ਵਿੱਚ ਆ ਕੇ ਆਪਣੇ ਨਾਲ 4-5 ਕਿਸੇ ਕੁੱਤੇ ਪਜਾਮਿਆਂ ਵਾਲੇ MLA ਲੈ ਕੇ ਔਰ ਉਹਨਾਂ ਦੀਆਂ ਗੱਲਾਂ ਚ ਆ ਕੇ ਤੇ ਜੀ। ਹਵਾ ਬੋਲ ਦੇਣਾ ਚਾਹੀਦਾ ਕਿਸੇ ਹਸਪੀਟਲ ਦੇ ਵਿੱਚ ਜਾ ਕੇ। ਉਹ ਜਿਹੜੇ ਸਰਵਿਸ ਕਰ ਰਹੇ ਲੋਕ ਆ ਉਹਨਾਂ ਦੀ ਬਦੌਲਤ ਹੀ ਆਪਣਾ ਪੰਜਾਬ ਚੱਲ ਰਿਹਾ ਹੈ। ਅਗਰ ਉਹ ਹੜਤਾਲ ਤੇ ਆ ਜਾਂਦੇ ਆ ਤਾਂ ਇਹਨਾਂ ਮੰਤਰੀਆਂ ਨੂੰ ਭੱਜਣਾ ਪੈ ਜਾਂਦੀਆਂ ਨੇ। ਬਿਲਕੁਲ ਤੁਸੀਂ ਜਿਹੜੀ ਗੱਲ ਸਹੀ ਕਹੀ ਕਿ ਲਾਈਕ ਆਪਣੇ MLA ਜਿੱਦਾਂ ਲੈ ਕੇ ਇੱਕ ਪੋਪੂਲਿਸਟਿਕ ਜਿਹੜੀ ਹੈਗੀ ਆ ਸੋਚ ਦੇ ਨਾਲ ਜਾਂਦੇ ਆ ਤੇ ਇੱਕ ਪੋਪੂਲੈਰਿਟੀ ਲਿਆਸੇ ਜਾਂਦੇ ਆ। ਉਹ ਚੀਜ਼ ਕਿਤੇ ਨਾ ਕਿਤੇ ਰੁਕਣੀ ਚਾਹੀਦੀ ਆ। ਆਪਾਂ ਨੂੰ ਦੇਖਣਾ ਚਾਹੀਦਾ ਵਾ ਕਿ ਪਹਿਲਾਂ ਜਿੱਦਾਂ ਤੁਸੀਂ ਕਿਹਾ ਪ੍ਰੀਵੈਂਟਿਵ ਜਿਹੜਾ ਕੇਅਰ ਹੋਣੀ ਚਾਹੀਦੀ ਆ, ਬਿਲਕੁਲ ਹੋਣੀ ਚਾਹੀਦੀ ਆ। ਉਸ ਦੇ ਵਾਸਤੇ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਵਾ। ਸਾਡਾ ਜਿਹੜਾ ਹੈਲਥ ਇਨਫਰਾਸਟ੍ਰਕਚਰ ਉਹਨੂੰ ਵੀ ਪ੍ਰੋਪਰ ਮੇਨਟੇਨ ਕਰਨਾ ਚਾਹੀਦਾ ਵਾ। ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਹੈਗੀਆਂ ਵਾ ਉਹਨਾਂ ਨੂੰ ਵੀ ਥੋੜਾ ਕੰਟਰੋਲ ਤਰੀਕੇ ਨਾਲ ਰੈਗੂਲੇਟ ਕਰਨਾ ਚਾਹੀਦਾ ਕਿ ਕਿੱਦਾਂ ਲੋਕ ਖਾਣ ਆ ਕਿੱਦਾਂ ਨਾ ਹੋਣ। ਤੇ ਉਸ ਤੋਂ ਬਾਅਦ ਸੈਕੰਡਰੀ ਟਰਸ਼ਰੀ ਉੱਦਾਂ ਹੀ ਕਰਨਾ ਚਾਹੀਦਾ। ਤੇ ਜਿਹੜੀਆਂ ਆਈ ਥਿੰਕ ਇਹ ਮੈਨੂੰ ਲੱਗਦਾ ਕਿ ਦੋਵੇਂ ਬੰਨੇ ਗਲਤ ਵੀ ਨੇ ਤੇ ਦੋਵੇਂ ਬੰਨੇ ਸਹੀ ਵੀ ਨੇ। ਅਗਰ ਦੇਖਿਆ ਜਾਵੇ ਆਪਣੇ ਮੰਤਰੀ ਸਾਹਿਬ ਠੀਕ ਆਪਣੀ ਡਿਊਟੀ ਪਰਫਾਰਮ ਕਰ ਰਹੇ ਸੀ, ਬਿਲਕੁਲ ਕਰ ਰਹੇ ਸੀ, ਉਹਨਾਂ ਦਾ ਹੱਕ ਸੀ। ਬਟ ਕਿਸੇ ਨੂੰ ਏਦਾਂ ਹਿਊਮਿਲੇਟ ਕਰ ਰਹੇ ਹੋ, ਚਲੋ ਠੀਕ ਹੈ, ਤੁਸੀਂ ਚਲੋ ਮੰਨ ਲਿਆ ਕਿ ਤੁਸੀਂ ਉਹਨਾਂ ਨੂੰ ਇੱਕ ਲੈਸਨ ਦੇ ਰਹੇ ਜੇ, ਬਟ ਕੈਮਰਾ ਲਗਾ ਕੇ ਪੂਰੀ ਦੁਨੀਆ ਦੇ ਸਾਹਮਣੇ ਕਰਨਾ ਬਹੁਤ ਗਲਤ ਗੱਲ ਆ। ਕਿਉਂਕਿ ਉਹ ਇੱਕ VC ਹੈਗੇ ਨੇ, ਇੱਕ ਉਹਨਾਂ ਨੇ ਸਰਵਿਸ ਕੀਤੀ ਹੋਈ ਆ ਸਟੇਟ ਵਾਸਤੇ, ਕੰਟਰੀ ਵਾਸਤੇ, ਬਹੁਤ ਲੋਕਾਂ ਦੀ ਜਾਨਾਂ ਬਚਾਈਆਂ ਹੋਣਗੀਆਂ। ਸੋ ਉਹ ਚੀਜ਼ ਵੀ ਦੇਖਣੀ ਚਾਹੀਦੀ ਹੈ। ਤੇ ਅਗਰ ਮੈਂ ਗੱਲ ਕਰਾਂ VC ਸਾਹਿਬ ਦੀ, ਤੇ VC ਸਾਹਿਬ ਨੂੰ ਅਗਰ ਉਹਨਾਂ ਦਾ ਸੈਕੰਡਰੀ ਵਰਕ ਹੈਗਾ ਵਾ ਤੇ ਐਜ਼ ਅ ਲੀਡਰ ਅਗਰ ਮੈਂ ਕਹਾਂ ਕਿ ਮੈਂ ਖੁਦ VC ਹਾਂ ਕਿਸੇ ਯੂਨੀਵਰਸਿਟੀ ਦਾ ਤੇ ਮੈਂ ਲੀਡਰ ਹਾਂ, ਤੇ ਜਿਹੜੇ ਵਰਕਰ ਨੇ ਕੰਮ ਨਹੀਂ ਕੀਤਾ ਤੇ ਉਹਦੀ ਰਿਸਪੌਂਸਿਬਿਲਿਟੀ ਵੀ ਮੇਰੇ ਤੇ ਹੀ ਇੰਡਾਇਰੈਕਟਲੀ ਆ ਜਾਂਦੀ ਆ। ਤੇ ਇਸ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਕਿਉਂਕਿ ਉਹ VC ਨੇ ਤੇ ਸਾਰਾ ਕੁਝ ਦੇਖਣਾ ਉਹਨਾਂ ਤੇ ਹੀ ਆ ਜਾਂਦਾ ਅਲਟੀਮੇਟਲੀ। ਸੋ ਇਹ ਮੇਰਾ ਮੰਨਣਾ ਹੈਗਾ ਵਾ। ਮਿਊਚੁਅਲ ਰਿਸਪੈਕਟ ਵੀ ਇੱਕ ਦੂਜੇ ਦੀ ਹੋਣੀ ਚਾਹੀਦੀ ਹੈ ਔਰ ਇੱਕ ਟੀਮ ਵਰਕ ਹੋਣਾ ਚਾਹੀਦਾ ਬਿਟਵੀਨ ਪੋਲੀਟੀਸ਼ੀਅਨਸ ਐਂਡ ਜਿਹੜੇ VC ਜਾਂ ਹੋਰ ਅਹੁਦੇਦਾਰ ਨੇ। ਇਹਨਾਂ ਦੇ ਟੀਮ ਵਰਕ ਦੀ ਕਮੀ ਦਿਖੀ ਹੈ। ਉਹੀ ਨਾ, ਅਗਰ ਟੀਮ ਵਰਕ ਨਹੀਂ ਹੋਏਗਾ ਤੇ ਸਫਰ ਕੌਣ ਕਰੇਗਾ? ਸਫਰ ਸਿਰਫ ਜਨਤਾ ਕਰੇਗੀ। ਅੱਜ ਜਿਹੜੀ ਜਨਤਾ ਹੈਗੀ ਆ, ਅਗਰ ਇੱਕ ਪੱਖ ਅਗਰ VC ਦਾ ਪੱਖ ਲੈਂਦੀ ਆ ਜਾਂ ਕੋਈ ਪੱਖ ਹੈਗਾ ਵਾ ਜਿਹੜਾ ਮੰਤਰੀ ਦਾ ਪੱਖ ਲੈਂਦਾ ਵਾ, ਉਹ 2 ਮਿੰਟ ਮਜ਼ਾ ਲੈ ਲੈਣਗੇ, ਬਟ ਜਿਹੜਾ ਅਲਟੀਮੇਟ ਸਫਰ ਕਰੇਗੀ ਉਹ ਜਨਤਾ ਕਰੇਗੀ, ਜਿਹੜੇ ਉਸ ਹਸਪੀਟਲ ਦੇ ਵਿੱਚ ਵਿਜ਼ਿਟ ਕਰੇਗੀ। ਅਗਰ ਅੱਜ ਹੜਤਾਲ ਕਰਕੇ ਬਹਿ ਜਾਣ ਤੇ ਸਾਰਿਆਂ ਨੇ ਸਿਰਫ ਜਿਹੜੀ ਸਫਰ ਕਰੇਗੀ ਜਨਤਾ ਕਰੇਗੀ, ਹੋਰ ਕੋਈ ਨਹੀਂ ਕਰੇਗਾ। ਉਮੀਦ ਆ ਜਨਤਾ ਨੂੰ ਇਹ ਚੀਜ਼ ਪਸੰਦ ਆਏਗੀ ਤੇ ਉਹਨਾਂ ਨੂੰ ਜਿਹੜੀਆਂ ਸਾਡੀਆਂ ਕੀਤੀਆਂ ਗੱਲਾਂ ਨੇ ਠੀਕ ਲੱਗਣਗੀਆਂ। ਤੇ ਜਿੱਦਾਂ ਵੀ ਆਪਾਂ ਕਹਿੰਦੇ ਨਾ ਕਿ ਇੱਕ ਪੱਖ ਦੇਖਣਾ, ਆਈ ਥਿੰਕ ਕਿ ਤੁਸੀਂ ਹਮੇਸ਼ਾ ਕਦੀ ਵੀ ਇੱਕ ਪੱਖ ਵੱਲ ਨਹੀਂ ਦੇਖ ਸਕਦੇ। ਸਾਨੂੰ ਦੋਨੋਂ ਪੱਖਾਂ ਨੂੰ ਦੇਖਣਾ ਬਹੁਤ ਜ਼ਰੂਰੀ ਆ। ਇੱਕ ਐਥੀਕਲ ਡਾਇਲਮਾ ਹੈਗਾ ਇਸ ਚੀਜ਼ ਦੇ ਵਿੱਚ, ਸਾਨੂੰ ਉਸ ਚੀਜ਼ ਨੂੰ ਜਾਣਨਾ ਬਹੁਤ ਜ਼ਰੂਰੀ ਆ। ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹੀ ਬੰਦਾ ਸਹੀ ਹੈ ਜਾਂ ਦੂਸਰਾ ਬੰਦਾ ਗਲਤ ਆ। ਮਨਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਅੱਜ ਦੇ ਪੋਡਕਾਸਟ ਦੇ ਜੁੜਨ ਲਈ। ਸੋ ਥੈਂਕ ਯੂ ਸੋ ਮਚ। ਉਮੀਦ ਆ ਤੁਹਾਨੂੰ ਅੱਜ ਦਾ ਪੋਡਕਾਸਟ ਪਸੰਦ ਆਏਗਾ, ਤੇ ਅਗਰ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਇਸ ਪੋਡਕਾਸਟ ਨੂੰ ਅੱਗੇ ਸ਼ੇਅਰ ਕਰ ਸਕਦੇ ਹੋ। ਮਨਵੀਰ ਜੀ ਦਾ ਚੈਨਲ ਵੀ ਤੁਹਾਨੂੰ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਪਿਨ ਕਰ ਦਾਂਗਾ, ਤੁਸੀਂ ਉਹਨਾਂ ਦਾ ਚੈਨਲ ਵੀ ਜਾ ਕੇ ਜ਼ਰੂਰ ਚੈੱਕ ਕਰਨਾ ਜੀ। ਬਾਕੀ ਆਪਾਂ ਮਿਲਦੇ ਹਾਂ ਕਿਸੇ ਅਗਲੇ ਪੋਡਕਾਸਟ ਵਿੱਚ। ਧੰਨਵਾਦ।